किया कहा मेरे सतगुरा, जब गुर बोले है तब बिस्म हुए जाए। हम जैसे अपराधी अवर कोई राखे, जैसे हम सतगुर राख लिए छुड़ाए। तू गुर पिता तू है गुर माता, तू गुर बंदप मेरा सखा सखाए। डंडौत बंदन अनक बार, सर्ब कला समरथ डोलन ते राखो प्रभु, नानक दे कर हथ। जो बोला अवह त्यों बोलह स्वामी, कुदरत कवन हमारी, साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। परम सन्मानते सत्कारयोग सतगुरां दे पावन पवित्र मुबारक चरणा कमला अंदर जुड़ मिल बैठे सतसंगी जनों, गुर बख्शी फतेह स्वीकार करियो। कोई भी रसना वांझी ना रहे, गुरु चरणों का ध्यान तरदे होए सारी ही संगत असीस बख्शो। उचारण करो जी वाहिगुरु जी का खालसा वाहिगुरु जी की फतेह। सतगुरु सच्ची पातशाह करोड़ां ब्रह्मंडां दे मालक उपमा स्वरूप कृपालु दयालु अंतरजामी महान ज्ञान दे सोमे बख्शिशां दे भंडार
ਕਿਰਪਾ ਦੇ ਖਜ਼ਾਨੇ ਜਾਗਤ ਜੋਤ ਰੱਬੀ ਨੂਰ। ਕਲ ਜੁਗੀ ਜੀਵਾਂ ਦਾ ਉਧਾਰ ਕਰਤਾ, ਸਮੁੱਚੀ ਮਾਨਵਤਾ ਦੇ ਰਹਿਬਰ। ਸ਼ਬਦ ਤਖਤ ਛਤਰਾਂ ਦੇ ਮਾਲਕ, ਜੁਗੋ ਹੋ ਜੁਗ ਅਟਲ। ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਜਿਨ੍ਹਾਂ ਦੇ ਦਰੋਂ ਘਰੋਂ ਬਖਸ਼ੀਆਂ ਹੋਈਆਂ ਪਾਵਨ ਪਵਿੱਤਰ ਮਹਾਨ ਸ਼ਖਸੀਅਤਾਂ, ਸਿੱਖ ਕੌਮ ਦੇ ਮਹਾਨ ਸ਼ਹੀਦ, ਮਹਾਨ ਜਰਨੈਲ, ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ, ਕੌਮ ਦੇ ਮਹਾਨ ਸ਼ਹੀਦਾਂ ਦੇ ਪਵਿੱਤਰ ਚਰਨਾਂ ਨਾਲ ਨਿਵਾਜੀ ਪਾਵਨ ਧਰਤੀ, ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੰਧਿਆ ਦੇ ਦੀਵਾਨ ਅੰਦਰ ਦੂਰੋਂ ਨੇੜੋਂ ਚੱਲ ਕੇ ਆਪ ਸਮੁੱਚੀਆਂ ਗੁਰਸਿੱਖ ਸੰਗਤਾਂ ਸਰਬੱਤ ਮਾਈ ਭਾਈ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਰਹਿਮਤ ਆਪਣੇ ਸਾਰਿਆਂ ਤੇ ਕੀਤੀ ਹੈ। ਸਤ ਸੰਗਤ ਕਰਨ ਦਾ, ਗੁਰੂ ਗੋਦ ਅੰਦਰ ਜੁੜਨ ਦਾ ਸਤਿਗੁਰੂ ਜੀ ਨੇ ਆਪਾਂ ਸਾਰਿਆਂ ਨੂੰ ਸੁਭਾਗਾ ਸਮਾਂ ਬਖਸ਼ਿਆ। ਆਓ ਇਸ ਸਫਲੇ ਸਮੇਂ ਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰਬਾਣੀ ਦੁਆਰਾ, ਇਤਿਹਾਸ ਦੁਆਰਾ, ਗੁਰਮਤਿ ਦੀਆਂ ਵਿਚਾਰਾਂ ਦੇ ਰਾਹੀਂ ਲਾਹਾ ਲੈਣ ਦਾ ਯਤਨ ਕਰਨ ਹੈ। ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਆਪ ਜੀ ਇਸ ਗੱਲ ਤੋਂ ਭਲੀ ਭਾਂਤ ਸਾਰੇ ਹੀ ਜਾਣੋ ਕਿ ਜਿਹੜਾ ਕੱਲ ਨੂੰ ਆਉਣ ਵਾਲਾ ਦਿਨ ਹੈ, ਇੱਕ ਤਾਂ ਆਹ ਰਾਤ ਹੈ, ਇੱਕ ਜਿਹੜੀ ਕੱਲ ਦੀ ਜਿਹੜੀ ਰਾਤ ਆਏਗੀ, ਇਸ ਰਾਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਦੇ ਸਮੇਤ, ਆਪਣੇ ਸਿੱਖਾਂ ਦੇ ਸਮੇਤ ਆਨੰਦਪੁਰ ਸਾਹਿਬ ਦਾ ਕਿਲ੍ਹਾ ਸਤਿਗੁਰੂ ਜੀ ਨੇ ਛੱਡਿਆ। ਕੀ ਕੁਝ ਵਾਪਰਿਆ, ਕੀ ਕਾਰਨ ਸਨ ਘੇਰਾ ਪੈਣ ਦੇ? ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ ਕਿਉਂ? ਇਹ ਸਾਰਾ ਹੀ ਆਪਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰਮਤਿ ਦੀ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਇਹਨੂੰ ਵਿਚਾਰਨ ਦਾ ਯਤਨ ਕਰਾਂਗੇ। ਅੱਜ ਆਪ ਜੀ ਦੇ ਨਾਲ ਉਹ ਸਾਰੀ ਆਪਾਂ ਪਹਿਲਾਂ ਡਿਟੇਲ ਜਿਹੜੀ ਭੂਮਿਕਾ ਉਹ ਬੰਨਣ ਦਾ ਯਤਨ ਕਰਾਂਗੇ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਲਈ ਫਿਰ ਅੱਗੇ ਨੂੰ ਤੁਰਨਾ ਸੌਖਾ ਰਹੇ। ਤੇ ਮਾਵ ਸੰਗਤ ਨੂੰ ਬੇਨਤੀ ਕਰਾਂਗਾ, ਬੜੀ ਹੀ ਭਾਵਨਾ ਦੇ ਨਾਲ ਸਰੀਰ ਇੱਥੇ ਬੈਠੇ ਨੇ, ਉਸ ਸੀਨ ਨੂੰ, ਉਸ ਇਤਿਹਾਸ ਨੂੰ ਆਪਣੇ ਨੇਤਰਾਂ ਦੇ ਅੱਗੇ ਉਹਨੂੰ ਲਿਆਉਣ ਦਾ ਵਾਰ-ਵਾਰ ਯਤਨ ਕਰਨਾ ਹੈ ਵੀ ਆਹ ਕੁਝ ਹੁੰਦਾ ਪਿਆ। ਮੇਰੇ ਸਾਹਿਬ ਸਤਿਗੁਰੂ ਜੀ ਨੇ ਕੀ ਕੁਝ ਪਰਿਵਾਰ 'ਤੇ ਵਾਪਰਿਆ ਜੀ। ਚਲੋ ਮੈਂ ਸੁਣਾ ਦਿੱਤਾ, ਤੁਸੀਂ ਸੁਣ ਲਿਆ,
ਪਰ ਜਿਨ੍ਹਾਂ ਨੇ ਇਹ ਹੰਢਾਇਆ ਨਾ, ਉਹ ਜਾਣਦੇ ਨੇ ਵੀ ਇਹ ਕੀ ਕੁਝ ਵਾਪਰਿਆ। ਆਓ ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ। ਇੱਕ ਵਾਰ ਸਾਰੀ ਹੀ ਸੰਗਤ ਗੁਰੂ ਚਰਨਾਂ ਦਾ ਧਿਆਨ ਧਰਦੇ ਹੋਏ, ਭਾਵੇਂ ਆਪ ਜੀ ਦਰਬਾਰ ਸਾਹਿਬ ਦੇ ਅੰਦਰ ਜੁੜ ਬੈਠੇ ਹੋ ਜਾਂ ਬਾਹਰ, ਜਿੱਥੇ ਜਿੱਥੇ ਵੀ ਸੰਗਤ ਭਾਵਨਾ ਨਾਲ ਸੇਵਾ ਨਿਭਾਉਂਦੀ ਪਈ ਹੈ, ਔਰ ਲਾਈਵ ਦੇ ਮਾਧਿਅਮ ਦੁਆਰਾ ਜਿਹੜੇ ਆਪ ਜੀ ਸਰਵਣ ਕਰਦੇ ਪਏ ਹੋ, ਆਓ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਇਤਿਹਾਸ ਨਾਲ ਜੁੜਨ ਦਾ ਯਤਨ ਕਰੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਦਰ ਘਰ ਦੀ ਵਿਚਾਰ, ਆਪਣੇ ਜੀਵਨ ਦੀ ਵਿਚਾਰ ਸਤਿਗੁਰੂ ਜੀ ਆਪ ਸਿਰ ਤੇ ਰਹਿਮਤ ਭਰਿਆ ਹੱਥ ਰੱਖ ਕੇ ਆਪ ਕਰਵਾ ਲੈਣ। ਅਸੀਸਾਂ ਬਖਸ਼ੋ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰੱਬੀ ਗੁਰਬਾਣੀ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪਾਂ ਪੜ੍ਹਦੇ ਆ। ਸੋਰਠ ਰਾਗ ਦਾ ਇਹ ਪਾਵਨ ਸ਼ਬਦ ਹੈ, ਜਿਹਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਕਿਰਪਾ ਵਰਤਾਈ। ਇੱਕ ਵਾਰ ਇਸ ਸ਼ਬਦ ਦਾ ਤੁਸੀਂ ਪਾਠ ਸੁਣਿਓ, ਫਿਰ ਨਾਲ ਨਾਲ ਵਿਚਾਰ ਕਰਾਂਗੇ, ਕਿਉਂਕਿ ਇਹ ਜਿਹੜਾ ਸ਼ਬਦ ਹੈ ਨਾ, ਇਸ ਸ਼ਬਦ ਦੇ ਜਿਹੜੇ ਅਰਥ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ 3 ਪੀੜ੍ਹੀਆਂ ਦੇ ਅਰਥ ਕਰਦੀਆਂ ਨੇ। ਮਹਾਰਾਜ ਨੇ ਆਪ ਕੀਤੇ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ, ਤੇ ਤੀਸਰੀ ਜਗ੍ਹਾ ਤੇ ਆ ਕੇ ਅਰਥ ਦੇ ਕੀਤੇ ਨੇ ਸਨਮਾਨਯੋਗ ਮਾਤਾ ਗੁਜਰ ਕੌਰ ਤੇ ਗੁਰੂ ਕੇ ਛੋਟੇ ਪੁੱਤਰਾਂ ਨੇ ਠੰਡੇ ਬੁਰਜ ਅੰਦਰ। ਪਾਵਨ ਸ਼ਬਦ ਹੈ ਸੋਰਠ ਮਹੱਲਾ ਨਾਵਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੁ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਅਰਹਾਉ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤੇਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹੇ ਨਰ ਕਉ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਸ਼ੁਰੂਆਤ ਦੇ ਅੰਦਰ ਆਪਾਂ ਸਤਿਗੁਰੂ ਜੀ ਦੇ ਪਾਵਨ ਬਚਨ ਦੀ ਪੰਕਤੀ ਪੜ੍ਹੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਅਖਰੀ ਅਰਥ ਦੇ ਬਣ ਗਏ ਕਿ ਜਿਹੜਾ ਮਨੁੱਖ ਦੁੱਖ ਨੂੰ ਦੁੱਖ ਹੁੰਦਿਆਂ ਹੋਇਆਂ ਦੁੱਖ ਨੂੰ ਦੁੱਖ ਨਾ ਜਾਣੇ, ਸੌਖਾ ਕਹਿ ਦਈਏ ਵੀ ਦੁੱਖ ਨੂੰ ਦੇਖ ਕੇ ਘਬਰਾਵੇ ਨਾ, ਚਿੰਤਾ ਨਾ ਬਣੇ, ਜਿਹਨੂੰ ਸਾਹਮਣੇ ਦੁੱਖ ਨੂੰ ਆਇਆ ਦੇਖ ਕੇ ਕਹੇ ਨਾ ਵੀ ਕੋਈ ਗੱਲ ਨਹੀਂ, ਵੀ ਨਿਕਲ ਜਾਣਾ ਹੈ। ਜੇ ਖੁਸ਼ੀ ਦਿੱਤੀ ਤਾਂ ਦੁੱਖ ਵੀ ਆਏਗਾ, ਜੇ ਦੁੱਖ ਆਇਆ ਇਹ ਵੀ ਨਿਕਲ ਜਾਣਾ ਤੇ ਖੁਸ਼ੀਆਂ ਫੇਰ ਵਾਪਸ ਆਉਣਗੀਆਂ। ਹੁਣ ਸਾਹਿਬ ਸਤਿਗੁਰੂ ਜੀ ਨੇ ਇੱਥੇ ਕਲਾ ਵਰਤਾਉਂਦੇ ਆ, ਮਹਾਰਾਜ ਨੇ ਬਚਨ ਕਹੇ, ਪਾਤਸ਼ਾਹ ਕਹਿੰਦੇ ਇਹ ਭਾਈ ਵੀ ਜਿਹੜਾ ਮਨੁੱਖ ਨਾ ਦੁੱਖ ਹੁੰਦਿਆਂ ਹੋਇਆਂ ਦੁੱਖ ਦੇ ਵਿੱਚ ਘਬਰਾਵੇ ਨਾ, ਚਿੰਤਾ ਨਾ ਕਰੇ, ਪਤਾ ਹੈ ਕਿ ਜੋ ਕੁਝ ਸਾਹਮਣੇ ਹੋਣਾ ਹੈ ਉਹ ਹੋ ਕੇ ਰਹੇਗਾ, ਇਹ ਮਿਟਦਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ 9ਵੇਂ ਮਹੱਲੇ ਦੇ ਵਿੱਚ ਵੀ ਸ਼ਲੋਕ ਪੜ੍ਹਦੇ ਆ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਿੰਤਾ ਤਾਂ ਕੀ ਕੀਜੀ ਹੈ, ਜੋ ਅਨਹੋਣੀ ਹੋਏ।
ਜਿਹੜਾ ਕੁਝ ਹੋਣਾ ਉਹ ਹੋ ਕੇ ਰਹਿਣਾ ਜੀ, ਉਹ ਮੁੜਨਾ ਨਹੀਂ। ਕਿਉਂਕਿ ਜੋ ਕਰਤਾਰ ਨੇ ਪਰਮੇਸ਼ਰ ਵਾਹਿਗੁਰੂ ਜੀ ਨੇ ਜਿਹੜਾ ਲਿਖ ਦਿੱਤਾ, ਲੇਖ ਨਾ ਮਿਟਈ ਹੋਈ ਸਕੀ ਜੋ ਲਿਖਿਆ ਕਰਤਾਰ। ਮੈਂ ਇੱਕ ਹੋਰ ਬੇਨਤੀ ਕਰਾਂ, ਜੋ ਕੁਝ ਸਤਿਗੁਰੂ ਜੀ ਨੇ ਆਪਣੇ ਤਨ ਤੇ ਸਰੀਰ ਦੇ ਉੱਤੇ ਸਤਿਗੁਰਾਂ ਨੇ ਹੰਡਾਇਆ ਨਾ, ਇਹ ਸਿਰਫ ਸਾਨੂੰ ਸੇਧ ਦੇਣ ਦੇ ਲਈ, ਸਾਨੂੰ ਉਪਦੇਸ਼ ਦੇਣ ਦੇ ਵਾਸਤੇ। ਹਾਲਾਂਕਿ ਗੁਰੂ ਸਾਹਿਬ ਦੇ ਉੱਤੇ ਕੋਈ ਦੁੱਖ ਸੁੱਖ ਕੋਈ ਲਾਗੂ ਨਹੀਂ ਜੇ ਹੁੰਦਾ ਗਾ, ਉਹ ਤਾਂ ਆਪ ਖੁਦ ਰੱਬ ਰੂਪ ਨੇ, ਲਿਆਉਣ ਵਾਲੇ ਵੀ ਉਹ ਆ, ਖਤਮ ਕਰਨ ਵਾਲੇ ਵੀ ਉਹ ਹੈ। ਪਰ ਇਹ ਸਾਡੇ ਲਈ ਇਹ ਸਾਰਾ ਕੁਝ ਦਰਸਾ ਕੇ ਗਏ ਵੀ ਜੇ ਤੇਰੇ ਕੋਲੇ ਸੁੱਖ ਹੈ, ਪ੍ਰਮਾਤਮਾ ਨੇ ਤੈਨੂੰ ਸੁੱਖ ਦਿੱਤਾ, ਘਰ ਦੇ ਵਿੱਚ ਹਰ ਇੱਕ ਸੁੱਖ ਆਰਾਮ ਹੈ, ਤੇ ਇਸ ਗੱਲ ਨੂੰ ਯਾਦ ਰੱਖੀ ਕਿ ਰੱਬ ਪਰਮਾਤਮਾ ਦੇ ਉਸ ਦਿੱਤੇ ਹੋਏ ਸੁੱਖ ਨੂੰ ਲੈ ਕੇ ਉਹਦਾ ਸ਼ੁਕਰਾਨਾ ਕਰ। ਪਰ ਅੱਜ ਇਨਸਾਨ ਸਭ ਕੁਝ ਰੱਬ ਤੋਂ ਲੈ ਕੇ ਮੁੱਕਰਿਆ ਬੈਠਾ ਹੈ। ਤੇ ਜੇ ਕਿਤੇ ਦੁੱਖ ਦਾ ਸਮਾਂ ਆ ਗਿਆ ਤਾਂ ਉਸ ਪਰਮਾਤਮਾ ਨੂੰ ਉਲਾਂਭਾ ਨਾ ਦੇ ਵੀ ਮੈਂ ਤੇਰਾ ਪਾਠ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਵੀ ਮੈਨੂੰ ਦੁੱਖ ਕਿਉਂ ਨਹੀਂ। ਤਾਂ ਵੀ ਉਹਦਾ ਸ਼ੁਕਰ ਕਰਨਾ ਵੀ ਸੱਚੇ ਪਾਤਸ਼ਾਹ ਇਹ ਮੇਰੇ ਭਾਗਾਂ ਦੇ ਵਿੱਚ ਸੀ, ਇਹ ਮੈਨੂੰ ਤਾਂ ਮਿਲੇ ਆ, ਇਹ ਮੇਰੇ ਹਿੱਸੇ ਆਉਣਾ ਸੀ, ਇਹ ਦੁੱਖ ਮੈਨੂੰ ਤਾਂ ਮਿਲਿਆ। ਤੇ ਗੁਰੂ ਰਾਮਦਾਸ ਮਹਾਰਾਜ ਦਾ ਪਾਵਨ ਬਚਨ ਆਪਾਂ ਸਾਂਝਾ ਕਰ ਲਈਏ। ਸਤਿਗੁਰੂ ਜੀ ਕਹਿੰਦੇ ਨੇ ਨਾ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ। ਸ਼ਬਦ ਦੀ ਆਰੰਭਤਾ ਹੁੰਦੀ ਹੈ, ਸੂਹੀ ਰਾਗ ਦਾ ਪਾਵਨ ਸ਼ਬਦ ਹੈ। ਸ਼ੁਰੂਆਤ ਦੀਆਂ ਪੰਗਤੀਆਂ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲਾ, ਹਰ ਹਰ ਨਾਮ ਤੇ ਆਈ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਤੇ ਆਈ। ਜੇ ਭੁੱਖ ਦੇ ਤਾਂ ਇति ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਸਾਹਿਬ ਸਤਿਗੁਰੂ ਜੀ ਨੇ ਕਿਰਪਾ ਵਰਤਾਈ। ਮਹਾਰਾਜ ਕਹਿੰਦੇ ਨਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇੱਥੇ ਫਿਰ ਧਿਆਨ ਰੱਖਣਾ ਕਿ ਜਿੱਥੇ ਸਤਿਗੁਰੂ ਜੀ ਨੇ ਬਚਨ ਕਹਿ ਦਿੱਤਾ ਕਿ ਦੁੱਖ ਹੁੰਦਿਆਂ ਹੋਇਆਂ ਦੁੱਖ ਦੇ ਵਿੱਚ ਦੁੱਖ ਮਹਿਸੂਸ ਨਾ ਕਰੇ, ਦੁੱਖ ਦੇ ਵਿੱਚ ਘਬਰਾਵੇ ਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਕੌਣ ਹੈ ਜੀ ਜਿਹੜੇ ਦੁੱਖ 'ਚ ਘਬਰਾਉਂਦੇ ਨਹੀਂ, ਚਿੰਤਾ ਨਹੀਂ ਕਰਦੇ। ਅੱਜ ਜੇ ਕਈ ਵਾਰ ਘਰ ਦੇ ਵਿੱਚ ਕਿਸੇ ਬੱਚੇ ਨੂੰ ਬੁਖਾਰ ਚੜ੍ਹ ਜਾਏ ਨਾ, ਮਾਤਾ ਪਿਤਾ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਬੱਚੇ ਦਾ ਦੁੱਖ ਦੇਖ ਕੇ ਜਰਿਆ ਨਹੀਂ ਜਾਂਦਾ। ਜੇ ਕਿਤੇ ਇਨਸਾਨ ਦੇ ਉੱਤੇ ਕੋਈ ਇਹੋ ਜਿਹਾ ਸਮਾਂ ਆ ਜਾਏ, ਜਿਹੜੇ ਨਾਲ ਵਾਲੇ ਆ ਉਹ ਵੀ ਦੁਖੀ ਹੋ ਜਾਂਦੇ ਨੇ ਵੀ ਸਾਡੇ ਨਾਲ ਵਾਲੇ ਨੂੰ ਬੜਾ ਦੁੱਖ ਹੋ ਗਿਆ, ਵੀ ਐਸਾ ਨਹੀਂ ਸੀ ਹੋਣਾ ਚਾਹੀਦਾ। ਆਪ ਵੀ ਇਨਸਾਨ ਉਸ ਦੁੱਖ ਨੂੰ ਮਹਿਸੂਸ ਕਰਕੇ ਬਿਲਕੁਲ ਹਥਿਆਰ ਹੀ ਸਿੱਟ ਦਿੰਦਾ, ਢੇਰੀ ਢਾਕ ਕੇ ਬੈਠ ਜਾਂਦਾ ਹੈ। ਪਰ ਜੋ ਕੁਝ ਮੇਰੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਨਾਮ ਜਪਣ ਵਾਲਾ ਹੈ ਨਾ, ਬੰਦਗੀ ਕਰਨ ਵਾਲਾ, ਸਿਮਰਨ ਕਰਨ, ਉਹਨੂੰ ਦੁੱਖ ਦੇ ਨਾਲ ਕੋਈ ਉਹਦਾ ਵਾਸਤਾ ਨਹੀਂ ਜੇ। ਦੁੱਖ ਆ ਗਿਆ, ਦੁੱਖ ਨੂੰ ਦੁੱਖ ਮੰਨਦੇ ਨਹੀਂ, ਮਹਿਸੂਸ ਨਹੀਂ ਕਰਦੇ, ਹਾਲਾਂਕਿ ਉਸ ਪਰਮਾਤਮਾ ਦੀ ਦਿੱਤੀ ਹੋਈ ਇਹ ਦਾਤ ਜਾਣਦੇ ਹੈ। ਜੇ ਸੁੱਖ ਆ ਗਿਆ ਤਾਂ ਵੀ ਉਹਦੀ ਦਾਤ ਜਾਣ ਕੇ ਉਹਨੂੰ ਸਵੀਕਾਰ ਕਰਦੇ ਨੇ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਅਗਲਾ ਬਚਨ ਜੋ ਮਹਾਰਾਜ ਨੇ ਕਿਹਾ ਨਾ ਕਿ ਸੁਖ ਸਨੇਹ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮੰਨੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸੁੱਖ ਦੇ ਨਾਲ, ਖੁਸ਼ੀ ਆਰਾਮ ਦੇ ਨਾਲ ਕੋਈ ਮੋਹ ਨਹੀਂਗਾ, ਕਿਸੇ ਕਿਸਮ ਦਾ ਉਹਦੇ ਹਿਰਦੇ ਵਿੱਚ ਡਰ ਵੀ ਨਹੀਂ, ਕਿਸੇ ਤਰ੍ਹਾਂ ਦਾ ਸੁਖ ਸਨੇਹ। ਸੁਖ ਸਨੇਹ ਦਾ ਅਰਥ ਹੈ ਵੀ ਸਨੇਹ ਪਿਆਰ ਨਹੀਂਗਾ, ਮੋਹ ਨਹੀਂ ਸੁੱਖ ਦੇ ਨਾਲ। ਅਰ ਭੈ ਨਹੀਂ ਡਾਕੈ, ਭੈ ਦਾ ਅਰਥ ਹੁੰਦਾ ਡਰ, ਉਹਦੇ ਅੰਦਰ ਡਰ ਵੀ ਨਹੀਂ। ਤੇ ਸਾਹਿਬ ਸਤਿਗੁਰੂ ਜੀ ਕਹਿੰਦੇ ਨਾ ਫਿਰ ਉਹ ਪਤਾ ਜੀ ਕੀ ਜਾਣਦਾ ਹੈ, ਸੋਨੇ ਤੇ ਮਿੱਟੀ ਨੂੰ ਬਰਾਬਰ ਸਮਝਿਆ ਜਾਂਦਾ ਹੈ। ਕਹਿਣ ਤੋਂ ਭਾਵ ਕਿ ਦੁੱਖ ਤੇ ਸੁੱਖ ਨੂੰ ਬਰਾਬਰ ਸਮਝਣਾ, ਸੋਨੇ ਤੇ ਮਿੱਟੀ ਨੇ ਬਰਾਬਰ ਜਾਣਦਾ ਜੀ। ਸੋਨੇ ਨੂੰ ਮਿੱਟੀ ਨੂੰ, ਉਹਦੇ ਭਾਅ ਦੇ ਸੋਨਾ ਵੀ ਉਹੋ ਜਿਹਾ, ਮਿੱਟੀ ਵੀ ਉਹੋ ਜਿਹੀ। ਪਾਤਸ਼ਾਹ ਕਹਿੰਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਨੇ ਕਿ ਕੰਚਨ ਮਾਟੀ ਮੰਨਦਾ ਹੈ,
ਮਿੱਟੀ ਤੇ ਸੋਨੇ ਨੂੰ ਕਹਿੰਦੇ ਵੀ ਇੱਕ ਸਮਾਨ ਜਾਣਦਾ, ਕਿਉਂਕਿ ਉਹਦੇ ਅੰਦਰ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਵਸਿਆ ਹੋਇਆ ਉਹਦੇ ਹਿਰਦੇ ਅੰਦਰ। ਤੇ ਸਾਹਿਬ ਸਤਿਗੁਰੂ ਜੀ ਦੀ ਕਿਰਪਾ ਨਾਲ ਜੀ ਫਿਰ ਇਹ ਇਕੱਲਾ ਇਸੇ ਦਾ ਹੀ ਦੁੱਖ ਨੇ। ਅਸਲ ਦੇ ਵਿੱਚ 4 ਤਰ੍ਹਾਂ ਦਾ ਦੁੱਖ ਕਿਹਾ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮਲ੍ਹਾਰ ਰਾਗ ਦੇ ਅੰਦਰ ਸ਼ਬਦ ਹੈ ਮਹਾਰਾਜ ਦਾ ਪਾਵਨ, ਤੇ ਸ਼ਬਦ ਦੀ ਆਰੰਭਤਾ ਜਦੋਂ ਆਪਾਂ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ। ਇੱਕ ਵਿਛੋੜੇ ਦਾ ਦੁੱਖ ਮੰਨਿਆ ਗਿਆ। 2 ਤਰ੍ਹਾਂ ਦਾ ਹੁੰਦਾ ਨਾ, ਇੱਕ ਤਾਂ ਵਿਛੋੜਾ ਆਪਾਂ ਕਹਿ ਦਈਏ ਵੀ ਕਿਸੇ ਨਾਲੋਂ, ਪਰਿਵਾਰ ਦੇ ਨਾਲੋਂ ਜਾਂ ਹੋਰ ਕਿਸੇ ਨਾਲੋਂ ਵੀ ਵਿਛੜ ਜਾਣਾ। ਇੱਕ ਵਿਛੋੜਾ ਉਹ ਜਿਹਨੂੰ ਪਰਮਾਤਮਾ ਦੇ ਨਾਲੋਂ ਵਿਛੜੇ ਨੂੰ ਲੰਬਾ ਸਮਾਂ ਹੋ ਗਿਆ, ਅੰਦਰ ਇਸ ਗੱਲ ਦਾ ਦਰਦ ਚੱਲਦਾ ਪਿਆ ਕਿ ਮੈਂ ਰੱਬ ਨੂੰ ਹਜੇ ਜਪਿਆ ਨਹੀਂ, ਉਹਦੀ ਬੰਦਗੀ ਨਹੀਂ ਕੀਤੀ, ਉਹਦਾ ਸਿਮਰਨ ਨਹੀਂ ਜੇ ਕੀਤਾਗਾ, ਉਹਨੂੰ ਯਾਦ ਹੀ ਨਹੀਂ ਕੀਤਾ, ਉਹਨੂੰ ਧਿਆਇਆ ਹੀ ਕੋਈ ਨਹੀਂ ਮੈਂ। ਤੇ ਪਾਤਸ਼ਾਹ ਕਹਿਣ ਲੱਗੀ ਜਿਹਦੇ ਹਿਰਦੇ ਅੰਦਰ ਨਾ ਪਰਮਾਤਮਾ ਪਰਮੇਸ਼ਰ ਤੋਂ ਕਹਿੰਦੇ ਵਿਛੜੇ ਦਾ ਜਿਹਨੂੰ ਦੁੱਖ ਨਹੀਂ ਨਾ, ਉਹ ਤਾਂ ਇੰਜ ਹੈ ਜੀ ਜਿਹਨੂੰ ਸਤਿਗੁਰੂ ਕਹਿੰਦੇ ਨੇ ਕਿ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ। ਇੱਥੇ ਵਿਛੋੜੇ ਨੂੰ ਕਹਿੰਦੇ ਰਾਜਾ ਸੁਲਤਾਨ ਕਿਹਾ, ਬਾਦਸ਼ਾਹ ਕਿਹਾ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਪਾਤਸ਼ਾਹ ਕਹਿਣ ਲੱਗੇ ਵੀ ਉਹ ਸਰੀਰ ਇਸ ਤਰ੍ਹਾਂ ਕਹਿੰਦੇ ਜਿਵੇਂ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਚਿਖਾ ਕਹਿੰਦੇ ਬਲਦੀ ਹੋਵੇ, ਇਨਸਾਨ ਦਾ ਸਰੀਰ ਉਹ ਜਿਹਾ ਜੀ। ਉਹਦਾ ਅੰਦਰ ਉਹ ਹੈ ਜਿਹਦੇ ਅੰਦਰ ਰੱਬ ਦਾ ਨਾਮ ਨਹੀਂ, ਪਰਮਾਤਮਾ ਦੇ ਵਿਛੋੜੇ ਦਾ ਦੁੱਖ ਨਹੀਂ ਜਿਹਦੇ ਅੰਦਰ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦੂਸਰਾ ਬਚਨ ਕੀਤਾ ਜੀ ਕਿ ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਭੁੱਖ ਦਾ ਦੁੱਖ ਦੱਸਿਆ, ਇੱਕ ਦੁੱਖ ਸਖਤ ਵਾਰ ਜਮਦੂਤ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਬਸ ਇਸ ਸ਼ਬਦ ਨੂੰ, ਇਹਨਾਂ ਨੂੰ 2-3 ਸ਼ਬਦ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ ਨਾ, ਇਹਨੂੰ ਆਪਾਂ 13 ਪੋਹ ਤੱਕ ਇਹੀ ਸ਼ਬਦਾਂ ਦੇ ਆਲੇ ਦੁਆਲੇ ਇਤਿਹਾਸ ਰੱਖਾਂਗੇ, ਇਸ ਤੋਂ ਦੂਰ ਉਲਾਂਭੇ ਨਹੀਂ ਜਾਵਾਂਗੇ। ਪਹਿਲਾ ਸ਼ਬਦ ਸੋਰਠ ਰਾਗ ਦਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਰਨਾ, ਔਰ ਦੂਸਰਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਪੀ ਤੁਝੈ ਧਿਆਈ। ਤੇ ਤੀਸਰਾ ਬਚਨ ਬਸ ਆ ਪੰਗਤੀਆਂ ਯਾਦ ਰੱਖਣੀਆਂ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ। ਆਓ ਹੁਣ ਥੋੜਾ ਇਤਿਹਾਸ ਦੇ ਵੱਲ ਥੋੜਾ ਦੇਖ ਲਈਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਕਤ ਹੈ ਜੀ। ਗੁਰਤਾ ਗੱਦੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਨ 1664 ਦੇ ਅੰਦਰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਪੰਛੀ ਝਾਤ ਰੱਖਾਂਗੇ ਆਪਾਂ, ਇਸ ਘੇਰੇ ਸੰਬੰਧੀ ਗੱਲ ਕਰਨੀ ਹੈ ਵੀ ਆਨੰਦਪੁਰ ਸਾਹਿਬ ਨੂੰ ਘੇਰਾ ਕਿਉਂ ਪਿਆ ਤੇ ਛੱਡਣਾ ਕਿਉਂ ਪਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬੇ ਬਕਾਲੇ ਦੀ ਧਰਤੀ ਤੋਂ ਮਹਾਰਾਜ ਇਸ ਇਲਾਕੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਕੀਰਤਪੁਰ ਸਾਹਿਬ ਆਏ, ਕਿਉਂਕਿ ਕੀਰਤਪੁਰ ਸਾਹਿਬ ਬਾਬੇ ਸੂਰਜਮਲ ਦਾ ਪਰਿਵਾਰ ਰਹਿੰਦਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬਾਬਾ ਸੂਰਜਮਲ ਜੀ ਸਕੇ ਭਰਾ ਸਨ। ਮਹਾਰਾਜ ਇੱਥੇ ਆਏ ਨੇ। ਉਹਨਾਂ ਦਿਨਾਂ ਦੇ ਅੰਦਰ ਬਿਲਾਸਪੁਰ ਦਾ ਜਿਹੜਾ ਰਾਜਾ ਹੈ ਨਾ, ਰਾਜਾ ਦੀਪ ਚੰਦ, ਇਸ ਦੀਪ ਚੰਦ ਦੀ ਮੌਤ ਹੋ ਗਈ ਹੈ। ਤੇ ਇਸ ਰਾਜੇ ਦੀਪ ਚੰਦ ਦੀ ਘਰਵਾਲੀ ਆ ਰਾਣੀ ਚੰਪਾ। ਰਾਣੀ ਚੰਪਾ ਦਾ ਪੁੱਤਰ ਹੈ ਰਾਜਾ ਭੀਮ ਚੰਦ। ਚੜ੍ਹਦੀ ਜਵਾਨੀ ਹੈ। ਰਾਣੀ ਚੰਪਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਨੇ, ਤੇ ਇਸ ਰਾਣੀ ਚੰਪਾ ਦੇ ਅੰਦਰ ਬਹੁਤ ਵੱਡੀ ਇਹ ਨਾ ਉਸ ਗੱਲ ਨੂੰ ਅੰਦਰ ਲੈ ਕੇ ਬੈਠੀ ਸੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਾਡੇ ਤੇ ਬਹੁਤ ਵੱਡੇ ਪਰਉਪਕਾਰ ਕੀਤੇ ਹੈ।
ਕਿਉਂਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੋਇਆ ਕਰਦੀਆਂ ਗਈਆਂ। ਮਾਂ ਦੇ ਅੰਦਰ ਇਹ ਗੱਲ ਸੀ। ਉਹ ਕਿਹੜੀ ਗੱਲ ਸੀ ਜੀ? ਕਿ ਮੇਰੇ ਪਤੀ ਨੂੰ, ਮੇਰੇ ਸਹੁਰੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ। ਇਹਨਾਂ ਦਾ ਜਿਹੜਾ ਕੁਰਸੀ ਨਾਮ ਹੈ ਰਾਜਾ ਕਲਿਆਣ ਚੰਦ ਦਾ ਪੁੱਤਰ, ਅੱਗੇ ਤਾਰਾ ਚੰਦ ਦਾ ਪੁੱਤਰ ਸੀ ਦੀਪ ਚੰਦ ਦਾ ਪੁੱਤਰ ਹੈ ਜੀ ਅੱਗੇ ਰਾਜਾ ਭੀਮ ਚੰਦ ਜੀ ਦੀ ਆਪਾਂ ਗੱਲ ਕਰਦੇ ਪਏ। ਭੀਮ ਚੰਦ ਦਾ ਅੱਗੇ ਅਜਮੇਰ ਚੰਦ ਹੈ ਜਿਹਦੇ ਪੈਰੋਂ ਸਾਰਾ ਇਹ ਕੁਝ ਹੁੰਦਾ ਹੈ। ਇਹਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਵਾਣ ਕੇ ਬੇਨਤੀ ਕੀਤੀ ਕਿ ਦਾਤਾ, ਮੇਰਾ ਪਤੀ ਚੜ੍ਹਾਈ ਕਰ ਗਿਆ, ਉਹਦੀ ਮੌਤ ਹੋ ਗਈ, ਉਹਦਾ ਦਸ਼ਹਿਰੇ ਵਾਲਾ ਦਿਨ ਰੱਖਿਆ, ਜਿਹਨੂੰ ਆਪਾਂ ਭੋਗ ਦਾ ਦਿਨ ਕਹਿ ਦਈਏ, ਗੱਲਾਂ ਸੌਖੀ ਜੀ ਕਰ ਲਵਾਂ ਕਿ ਸਮਝ ਆ ਜਾਏ। ਜਿਹਨੂੰ ਆਪਾਂ ਭੋਗ ਦਾ ਦਿਨ ਕਹਿੰਦੇ ਵੀ 10ਵਾਂ ਦਿਨ ਦਸ਼ਹਿਰੇ ਦਾ, ਕਹਿੰਦੇ ਜੀ ਆਪ ਕਿਰਪਾ ਕਰਿਓ, ਤੁਸੀਂ ਆਓਗੇ, ਤੁਹਾਡੇ ਆਉਣ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਸਾਡੀ ਪੈਜ ਰਹਿ ਜਾਏਗੀ। ਮਹਾਰਾਜ ਰਾਣੀ ਦੀ ਭਾਵਨਾ ਦੇਖ ਕੇ ਸਤਿਗੁਰੂ ਕਹਿੰਦੇ ਜ਼ਰੂਰ ਆਵਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਬਿਲਾਸਪੁਰ ਸਤਿਗੁਰੂ ਆਏ ਨੇ। ਜਦੋਂ ਇੱਥੇ ਆਏ ਸਾਰਾ ਕਾਰਜ ਚਲੋ ਹੋਇਆ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਇਸ ਇਲਾਕੇ ਨੂੰ, ਧਰਤੀ ਨੂੰ ਮਹਾਰਾਜ ਨੇ ਆਪਣੇ ਨੇਤਰਾਂ ਦੇ ਨਾਲ ਚਾਰ ਸਵੇਰਾ ਸਤਿਗੁਰਾਂ ਨੇ ਦੇਖਿਆ। ਇੱਕ ਪਾਸੇ ਕੱਚੀਆਂ ਪਹਾੜੀਆਂ, ਦੂਸਰੇ ਪਾਸੇ ਹਰਿਆਵਲ ਬਹੁਤ ਸੁੰਦਰ ਕਹਿੰਦੇ ਦਰਖਤ ਖੜੇ ਹੈ ਤੇ ਕੋਲ ਸਤਲੁਜ ਦਾ ਪਾਣੀ ਵਗਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਧਰਤੀ ਨੂੰ ਦੇਖ ਕੇ ਸਤਿਗੁਰੂ ਥੋੜਾ ਮੁਸਕਰਾਉਂਦੇ ਪਏ ਨੇ। ਸਿੱਖਾਂ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਵੀ ਧਰਤੀ ਬੜੀ ਸੁੰਦਰ ਹੈ। ਸਤਿਗੁਰੂ ਕਹਿੰਦੇ ਹਾਂ ਵੀ ਇਸ ਧਰਤੀ ਤੇ ਰਹਿਣ ਨੂੰ ਬੜਾ ਜੀ ਚਿੱਤ ਕਰਦਾ ਹੈ। ਧਰਤੀ ਬਹੁਤ ਰਮਣੀਕ ਹੈ, ਬੜੀ ਸੁੰਦਰ ਹੈ ਧਰਤੀ। ਰਾਣੀ ਚੰਪਾ ਨੇ ਬੇਨਤੀ ਕੀਤੀ, ਕਹਿਣ ਲੱਗੇ ਦਾਤਾ ਜੀ ਤੁਸੀਂ ਕਿਰਪਾ ਕਰੋ, ਆਹ ਜਿਹੜੀ ਧਰਤੀ ਆ ਸਤਿਗੁਰੂ ਜੀ ਤੁਸੀਂ ਇੱਥੇ ਵਾਸ ਰੱਖੋ, ਤੁਸੀਂ ਇੱਥੇ ਰਹੋਗੇ ਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਤਾਂ ਬੜਾ ਆਨੰਦ ਮਿਲਦਾ, ਰੋਜ਼ ਤੁਹਾਡੇ ਦਰਸ਼ਨ ਹੋਣਗੇ, ਤੁਹਾਡੇ ਪਾਸੋਂ ਤੁਹਾਡੇ ਬਚਨ ਸੁਣਾਂਗੇ, ਉਪਦੇਸ਼ ਸੁਣਾਂਗੇ, ਸਾਡਾ ਜੀਵਨ ਸਵਰ ਜਾੜਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਧਰਤੀ ਦਾ ਹੁਣ ਸਤਿਗੁਰੂ ਜਦੋਂ ਲੈਣ ਲੱਗੇ ਨਾ, ਇਤਿਹਾਸ ਕਹਿੰਦਾ ਪ੍ਰਿੰਸੀਪਲ ਸਤਬੀਰ ਸਿੰਘ ਹੁੱਡਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਲਿਖਿਆ। ਇਤੀ ਜਾਣਕਾਰੀ ਉਹਦੇ ਵਿੱਚ ਜ਼ਿਕਰ ਆਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੀ ਧਰਤੀ ਹੈ 500 ਰੁਪਏ ਦੀ ਸਤਿਗੁਰਾਂ ਨੇ ਮੁੱਲ ਖਰੀਦੀ ਹੈ। ਆਨੰਦਪੁਰ ਸਾਹਿਬ ਦੀ ਧਰਤੀ ਨਾ 500 ਰੁਪਏ ਦੇ ਵਿੱਚ ਮੁੱਲ ਖਰੀਦੀ। ਇਸ ਧਰਤੀ ਦਾ ਪਹਿਲਾ ਨਾਮ ਹੈ ਜੀ ਮਾਖੋਵਾਲ। ਮਾਖਾ ਤੇ ਮਾਖੋ ਇਹ ਦੋ ਦੈਂਤ ਸਨ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੋਂਦੇ ਖੱਤਰੀ ਦਾ ਨਗਰ ਵਸਾਇਆ, ਸਤਿਗੁਰਾਂ ਨੇ ਉੱਥੋਂ ਕੱਢੇ ਸਨ। ਜਿਹੜਾ ਮਾਖਾ ਸੀ ਇਹ ਜਾ ਕੇ ਵਸਿਆ ਬਠਿੰਡੇ ਦੇ ਕਿਲੇ ਵਿੱਚ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੱਢਿਆ। ਇੱਕ ਮਾਖੋ ਦੈਂਤ ਸੀ, ਇਹ ਆ ਕੇ ਵਸਿਆ ਜੀ ਆਨੰਦਪੁਰ ਸਾਹਿਬ ਦੀ। ਇਹ ਪਿੱਪਲ ਦੇ ਵਿੱਚ ਰਹਿੰਦਾ ਸੀ। ਪਿੱਪਲ ਦਾ ਜਿਹੜਾ ਅੱਜ ਵੀ ਜਦੋਂ ਆਪਾਂ ਤਖਤ ਸਾਹਿਬ ਤੇ ਦਰਸ਼ਨ ਕਰਨ ਜਾਂਦੇ ਆ ਨਾ, ਪਿੱਪਲ ਦਾ ਦਰਖਤ ਲੱਗਿਆ ਨਾ, ਇਹ ਪਿੱਪਲ ਉਸੇ ਹੀ ਪਿੱਪਲ ਦੀਆਂ ਜੜ੍ਹਾਂ ਤੋਂ ਹਰਾ ਹੋਇਆ ਹੈ ਜਿਹਦੇ ਵਿੱਚੋਂ ਸਤਿਗੁਰਾਂ ਨੇ ਕੱਢਣਾ ਕੀਤਾ ਇਹਨੂੰ। ਇੱਥੇ ਵਾਸਾ ਰੱਖਦਾ ਸੀ ਉਹ। ਮਹਾਰਾਜ ਨੇ ਕੱਢਿਆ ਜੀ, ਇਹਨੂੰ ਨਾਮ ਰੱਖਿਆ ਚੱਕ ਨਾਨਕੀ। ਸਨਮਾਨਯੋਗ ਮਾਤਾ ਨਾਨਕੀ ਜੀ ਦੇ ਨਾਮ ਦੇ ਉੱਤੇ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦੀ ਜੀ ਲੱਗਦੇ, ਇਸ ਧਰਤੀ ਦਾ ਨਾਮ ਰੱਖਿਆ ਗਿਆ ਚੱਕ ਨਾਨਕੀ। ਇਸੇ ਹੀ ਧਰਤੀ ਦੇ ਉੱਤੇ ਮੇਰੇ ਸਾਹਿਬ ਸਤਿਗੁਰਾਂ ਨੇ ਬੜੀਆਂ ਰਹਿਮਤਾਂ ਵਰਤਾਈਆਂ। 21 ਹਾੜ 1665 ਦੇ ਅੰਦਰ ਆਪਣੇ ਕਰ ਕਮਲਾਂ ਦੇ ਨਾਲ ਇਸ ਧਰਤੀ ਦਾ ਨੀਂਹ ਪੱਥਰ ਰੱਖਿਆ ਤੇ ਲੋਕ ਵਸਾਏ ਦੇ। ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਕਦੇ ਅਸ਼ਾਮ ਦੇ ਵੱਲ ਜਾਂਦੇ ਆ, ਕਦੇ ਕਿਸੇ ਇਲਾਕੇ ਵਿੱਚ ਸਤਿਗੁਰਾਂ ਨੇ ਮਾਲਵੇ ਨੂੰ ਵੀ ਤਾਰਿਆ। ਅਸ਼ਾਮ ਦੀ ਧਰਤੀ ਤੇ ਜਿਸ ਦਿਨ ਸਤਿਗੁਰੂ ਪਾਤਸ਼ਾਹ ਗਏ, ਜਾਂ ਆਪਾਂ ਇੰਝ ਕਹਿ ਦਈਏ ਵੀ ਪਟਨਾ ਸਾਹਿਬ ਦੀ ਧਰਤੀ ਤੇ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਾਂਦੇ ਹੈ, ਮੈਂ ਸੰਖੇਪ ਬੇਨਤੀ, ਮੈਂ ਸਿਰਫ ਘੇਰੇ ਤੇ ਆਉਣਾ ਜੀ।
ਇਤਿਹਾਸ ਬਹੁਤ ਲੰਬੇਰਾ, ਸਿਰਫ ਵਿੱਚੋਂ ਵਿੱਚੋਂ ਬੇਨਤੀਆਂ, ਕਿਉਂਕਿ ਆਪਾਂ ਨੂੰ ਧਰਤੀ ਦੀ ਭੂਮਿਕਾ ਜ਼ਰੂਰੀ ਸੀ ਕਿ ਧਰਤੀ ਇਹ ਸਾਡੀ ਹੈ, ਇਹ ਕਿਸੇ ਦੀ ਦੱਬੀ ਨਹੀਂ ਜੀ। ਅਸੀਂ ਜੇ ਕੱਲ ਕੋਈ ਉੱਠ ਕੇ ਕਹਿ ਦੇ ਨਾ, ਮਾਫ ਕਰਨਾ ਮੈਨੂੰ ਕਹਿਣ ਦੀ ਆਗਿਆ ਦੇਣੀ, ਜੇ ਕੋਈ ਕਈ ਵਾਰ ਇਹ ਸ਼ਬਦ ਵਰਤ ਲੈਂਦਾ ਵੀ ਤੇਰੇ ਬਾਪ ਦੀ ਧਰਤੀ ਆ, ਹਾਂ ਅਸੀਂ ਹਿੱਕ ਥਾਪੜ ਕੇ ਕਹਿ ਸਕਦੇ ਆ ਕਿ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਤੀ ਮੁੱਲ ਖਰੀਦੀ ਹੈ, ਸਾਡੇ ਪਿਓ ਦੀ ਧਰਤੀ ਹੈ, ਇਹ ਕਿਸੇ ਹੋਰ ਦੀ ਨਹੀਂ, ਦੱਬੀ ਨਹੀਂ ਅਸੀਂ ਇਹ। ਤੇ ਆਪਦੇ ਘਰ ਦੇ ਵਿੱਚ ਰਹਿ ਕੇ ਹਰ ਇੱਕ ਨੂੰ ਆਜ਼ਾਦੀ ਹੁੰਦੀ ਹੈ ਜੀ, ਆਪਦੇ ਘਰ 'ਚ ਜੋ ਮਰਜ਼ੀ ਕਰੇ। ਤੇ ਦੂਸਰਾ ਬੰਦਾ ਬਾਹਰ ਵਾਲਾ ਜੇ ਤੁਹਾਡੇ ਘਰ ਦੇ ਵਿੱਚ ਆ ਕੇ ਦਖਲ ਅੰਦਾਜ਼ੀ ਕਰਦਾ ਹੈ ਤੇ ਫਿਰ ਹਥਿਆਰ ਚੱਕੜਾ ਇੱਥੇ ਨਜਾਇਜ਼ ਨਹੀਂ, ਜਾਇਜ਼ ਹੈ। ਹੁਣ ਸਾਹਿਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਜੀ ਪਟਨਾ ਸਾਹਿਬ ਦੀ ਧਰਤੀ ਤੇ। ਮਹਾਰਾਜ ਨੇ ਕਲਾ ਵਰਤਾਈ, ਦੀਦਾਰ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ੇ। ਫਿਰ ਸਤਿਗੁਰੂ ਜੀ ਅਨੰਦਪੁਰ ਸਾਹਿਬ ਵਾਪਸ ਆਏ। ਲੰਬੇ ਸਮੇਂ ਬਾਅਦ ਪਰਿਵਾਰ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਪਟਨਾ ਸਾਹਿਬ ਤੋਂ ਵਾਪਸ ਬੁਲਾਏ। ਕਲਗੀਧਰ ਪਾਤਸ਼ਾਹ ਜੀ ਨੇ 10ਵੇਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਮਦਰ ਦੇਸ਼ ਹਮਕੋ ਲੈ ਆਏ, ਪੰਜਾਬ ਦੀ ਧਰਤੀ ਤੇ ਲੈ ਕੇ ਆਏ ਨੇ। ਇਸੇ ਹੀ ਧਰਤੀ ਦੇ ਉੱਤੇ ਇਤਿਹਾਸ ਕਹਿੰਦਾ ਹੈ ਕਿ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਤੇ ਸਿੱਖ ਦਾ ਮਿਲਾਪ ਹੋਇਆ, ਪਿਛਲੇ ਦਿਨਾਂ ਵਿੱਚ ਤੁਹਾਨੂੰ ਬੇਨਤੀ ਕੀਤੀ ਸੀ ਨਾ ਕਿ ਇੱਕ ਇਤਿਹਾਸਕਾਰ ਸਾਡਾ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਨਮਸਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਰਨ ਲੱਗੇ ਹੈ ਨਾ, ਉਹ ਵਿਦਵਾਨ ਦੇ ਖਿਆਲ ਨਹੀਂ ਜੀ। ਉਸ ਵਿਦਵਾਨ ਨੇ ਇਹ ਗੱਲ ਦਾ ਜ਼ਿਕਰ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਪੁੱਛਦੇ ਨੇ ਕਿ ਤੁਸੀਂ ਪੁੱਤਰ ਜੀ ਗੁਰੂ ਸਮਝ ਕੇ ਨਮਸਕਾਰ ਕਰਨ ਲੱਗੇ ਹੋ ਜੇ ਪਿਤਾ ਸਮਝ ਕੇ? ਮਹਾਰਾਜ ਕਹਿੰਦੇ ਜੇ ਤਾਂ ਪਿਤਾ ਜਾਣ ਕੇ ਨਮਸਕਾਰ ਕਰਦੇ ਹੋ ਫਿਰ ਤਾਂ ਮੈਂ ਮਹਿਲਾ ਚਾਹਾਂਗਾ ਜਿੰਨੇ ਵਾਰੀ ਮਰਜੀ ਮੱਥਾ ਟੇਕੜਾ। ਜੇ ਗੁਰੂ ਸਮਝ ਕੇ ਨਮਸਕਾਰ ਕਰਦੇ ਹੋ ਫਿਰ ਕਹਿੰਦੇ ਸੰਗਤ ਦੇ ਵਿੱਚ ਤੁਸੀਂ ਨਮਸਕਾਰ ਕਰ ਸਕਦੇ ਹੋ। ਸਿਰਫ ਉਹਦੇ ਖਿਆਲ ਨਹੀਂ ਜੀ ਵਿਦਵਾਨ ਦੇ। ਇਤਿਹਾਸ ਕਹਿੰਦਾ ਕਿ ਜਦੋਂ ਸਤਿਗੁਰੂ ਜੀ ਨੇ ਬਚਨ ਸੁਣਿਆ ਨਾ ਤੇ ਬੇਨਤੀ ਕੀਤੀ ਜੀ ਕਿ ਗੁਰੂ ਸਮਝ ਕੇ ਨਮਸਕਾਰ ਕਰਨ ਲੱਗਿਆ। ਅੱਜ ਫਿਰ ਜਦੋਂ ਕਹਿੰਦੇ ਨਮਸਕਾਰ ਕੀਤੀ, ਮੱਥਾ ਟੇਕਿਆ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੁੱਛਦੇ ਨੇ ਅੱਜ ਇਸ ਧਰਤੀ ਤੇ ਗੁਰੂ ਤੇ ਸਿੱਖ ਦਾ ਮਿਲਾਪ ਹੋਇਆ, ਸਿੱਖ ਨੇ ਗੁਰੂ ਨੂੰ ਨਮਸਕਾਰ ਕੀਤੀ ਤੇ ਤੁਹਾਨੂੰ ਕਹਿੰਦੇ ਵੀ ਕਿਹੋ ਜਿਹਾ ਮਹਿਸੂਸ ਹੋਇਆ ਉਹ ਦੱਸਿਆ ਜਾਏ। ਫਿਰ ਉਹਨਾਂ ਬੇਨਤੀ ਕੀਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗੇ, ਦਾਤਾ ਜੀ ਅੱਜ ਕਹਿੰਦੇ ਵੀ ਇਸ ਸਿੱਖ ਨੂੰ ਗੁਰੂ ਦੇ ਦੀਦਾਰ ਕਰਕੇ ਅੱਜ ਇੰਨਾ ਆਨੰਦ ਆਇਆ, ਇਹੋ ਜਿਹਾ ਆਨੰਦ ਕਦੇ ਵੀ ਮਹਿਸੂਸ ਨਹੀਂ ਜੇ ਹੋਇਆ। ਅੱਜ ਇੰਨਾ ਕੁ ਆਨੰਦ ਆਇਆ ਦੀਦਾਰ ਕਰਕੇ ਕਿ ਸਾਹਿਬ ਸਤਿਗੁਰੂ ਜੀ ਉਹਨੂੰ ਬਿਆਨ ਹੀ ਨਹੀਂ ਜੇ ਕੀਤਾ ਜਾ ਸਕਦਾ। ਧੰਨ ਗੁਰੂ ਮੈਂ ਇੱਕ ਬੇਨਤੀ ਹੋਰ ਕਰਾਂ, ਬਿਆਨ ਕਿਉਂ ਨਹੀਂ? ਉਹਦਾ ਕਾਰਨ ਕਿਉਂਕਿ ਹਰ ਇੱਕ ਚੀਜ਼ ਦਾ ਵਿਰੋਧੀ ਸ਼ਬਦ ਹੈ ਜੀ, ਵਿਪਰੀਤ ਜਿਹਨੂੰ ਸ਼ਬਦ ਕਹਿ ਦਈਏ। ਜਿਵੇਂ ਤੱਤੇ ਦਾ ਠੰਡਾ, ਕੌੜੇ ਦਾ ਮਿੱਠਾ, ਦੁੱਖ ਦਾ ਸੁੱਖ, ਖੁਸ਼ੀ ਦਾ ਗਮੀ, ਦਿਨ ਦਾ ਰਾਤ, ਇਸੇ ਤਰ੍ਹਾਂ ਜਿਹੜਾ ਆਨੰਦ ਸ਼ਬਦ ਹੈ, ਆਨੰਦ ਸ਼ਬਦ ਦਾ ਕੋਈ ਵੀ ਵਿਰੋਧੀ ਸ਼ਬਦ ਨਹੀਂ, ਉਹਦਾ ਵਿਪਰੀਤ ਦੂਸਰੇ ਪੱਖ ਦਾ ਸ਼ਬਦ ਕੋਈ ਨਹੀਂ ਜੇ। ਪਾਤਸ਼ਾਹ ਨੂੰ ਜਦੋਂ ਇੱਥੇ ਫਿਰ ਬੇਨਤੀ ਕੀਤੀ ਕਿ ਇੰਨਾ ਕੁ ਆਨੰਦ ਆਇਆ ਜਿਹਨੂੰ ਬਿਆਨ ਨਹੀਂ ਜੇ ਕੀਤਾ ਜਾ ਸਕਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕਹੇ। ਪਾਤਸ਼ਾਹ ਕਹਿਣ ਲੱਗੇ ਜਿਸ ਧਰਤੀ ਤੇ ਇੱਕ ਸਿੱਖ ਨੂੰ ਗੁਰੂ ਦੇ ਨਾਲ ਮਿਲ ਕੇ, ਗੁਰੂ ਦੇ ਦੀਦਾਰ ਕਰਕੇ ਜਿਸ ਮਿਲਣੀ ਦੇ ਵਿੱਚੋਂ ਆਨੰਦ ਪੈਦਾ ਹੋਵੇ, ਪਾਤਸ਼ਾਹ ਕਹਿਣ ਲੱਗੇ ਇਸ ਧਰਤੀ ਦਾ ਹੀ ਨਾਮ ਆਨੰਦਪੁਰ ਸਾਹਿਬ ਹੋਣਾ ਚਾਹੀਦਾ ਹੈ। ਨਾਮ ਮਹਾਰਾਜ ਨੇ ਇੱਥੇ ਫਿਰ ਚੱਕ ਨਾਨਕੀ ਤੋਂ ਆਨੰਦਪੁਰ ਸਾਹਿਬ ਨਾਮ ਰੱਖਿਆ। ਇਸੇ ਹੀ ਧਰਤੀ ਤੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸੁਣਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਅੰਦਰ ਮਟਨ ਨਿਵਾਸੀ ਪੰਡਤ ਕਿਰਪਾ ਰਾਮ ਦੱਤ 16 ਬ੍ਰਾਹਮਣਾਂ ਨੂੰ ਆਪਣੇ ਨਾਲ ਲੈ ਕੇ ਇਸ ਧਰਤੀ ਤੇ ਆਉਂਦਾ ਹੈ। ਤਿਲਕ ਤੇ ਜਨੇਊ ਦਾ ਵਾਸਤਾ ਪਾਇਆ ਕਿ ਸਾਡਾ ਤਿਲਕ ਤੇ ਜੰਝੂ ਉੱਤਰ ਜਾੜਾ, ਇਹਨੂੰ ਪਾਉਣ ਵਾਲਾ ਕੋਈ ਨਹੀਂ ਜੇ ਆਉਂਦਾ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕਹੇ
ਕਿ ਤਿਲਕ ਦੇ ਜਨੇਊ ਦੇ ਨਾਲ ਸਾਡਾ ਵਾਸਤਾ ਹੁਣ ਨਾ ਤਾਂ ਅਸੀਂ ਤਿਲਕ ਲਾਉਂਦੇ ਆ ਤੇ ਨਾ ਜਨੇਊ ਪਾਉਂਦੇ, ਸਾਡਾ ਤਿਲਕ ਜਨੇਊ ਨਾਲ ਕੋਈ ਵਾਸਤਾ ਨਹੀਂ। ਪਰ ਸਤਿਗੁਰੂ ਕਹਿੰਦੇ ਤੁਸੀਂ ਇਸ ਘਰ ਦੇ ਅੰਦਰ ਆਏ ਹੋ, ਇੱਥੇ ਸ਼ਬਦ ਪੜ੍ਹੇ ਜਾਂਦੇ ਨੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਦ ਸੁਆਮੀ ਸੰਦਾ। ਮੇਰੇ ਸਾਹਿਬ ਜੀ ਨੇ ਕਿਰਪਾ ਵਰਤਾਈ ਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਕਿ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾ ਲਓ, ਸਾਰੇ ਆਪਣੇ ਆਪ ਬਣ ਜਾਣੇ ਨੇ। ਅੱਜ ਜਦੋਂ ਫਿਰ ਇਹ ਹਿੰਦੂ ਜਾ ਕੇ ਔਰੰਗੇ ਨਾਲ ਗੱਲ ਸਾਂਝੀ ਹੋਈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਗਰੇ ਦੀ ਧਰਤੀ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ। 3 ਸਿੱਖਾਂ ਦੀ ਸ਼ਹਾਦਤ ਹੋਈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਵੱਖਰਾ ਕੀਤਾ ਗਿਆ, ਕਿਉਂਕਿ ਸਿਰਫ ਇਹ 3-4 ਸਵਾਲ ਸਨ ਜੀ। ਪਹਿਲਾ ਕਿ ਇਸਲਾਮ ਦੇ ਵਿੱਚ ਆ ਜਾਓ, ਦੂਸਰਾ ਕਰਾਮਾਤ ਦਿਖਾਉਣੀ, ਤੇ ਤੀਸਰਾ ਮਰਨ ਦੇ ਲਈ ਤਿਆਰ। ਪਾਤਸ਼ਾਹ ਜੀ ਨੇ ਇੱਥੇ ਮੌਤ ਨੂੰ ਕਬੂਲ ਕੀਤਾ। ਸਤਿਗੁਰੂ ਜੀ ਦਾ ਸੀਸ ਜਦੋਂ ਸਤਿਗੁਰੂ ਜੀ ਦਾ ਧੜ ਤੋਂ ਵੱਖਰਾ ਹੋਇਆ ਨਾ, ਸਨਮਾਨਯੋਗ ਬਾਬਾ ਜੈਤਾ ਜੀ ਭਾਈ ਜੀਵਨ ਸਿੰਘ ਸਤਿਗੁਰੂ ਜੀ ਦਾ ਪਾਵਨ ਸੀਸ ਦਿੱਲੀ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਉਂਦੇ। ਮੈਂ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ, ਸਿਰਫ ਤਾਂ ਮੈਂ ਇੱਕ ਪੰਛੀ ਝਾਤ ਆਪ ਜੀ ਨਾਲ ਰੱਖਦਾ ਪਿਆ। ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਕੱਲ ਨੂੰ ਆਉਣ ਵਾਲੀ ਜਿਹੜੀ 21 ਤਰੀਕ ਹੈ ਨਾ, ਇਸ ਧਰਤੀ ਦੇ ਉੱਤੇ ਸਤਿਗੁਰੂ ਜੀ ਦੇ ਪਾਵਨ ਸੀਸ ਦਾ ਸੰਸਕਾਰ ਹੋਣਾ ਹੈ ਜੀ। ਜਿੱਥੇ ਪਾਵਨ ਅਸਥਾਨ ਸੀਸਗੰਜ ਸਾਹਿਬ ਵਾਲਾ ਸਥਾਨ ਆਪਾਂ ਦੇਖਦੇ ਆ ਨਾ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਇੱਥੇ ਸਤਿਗੁਰਾਂ ਨੇ ਨਾ ਆਪ ਮੇਰੇ ਦਾਤਾ ਨੇ ਕੀਤਾ। ਮੈਂ ਇੱਕ ਵਾਰ ਫਿਰ ਤੋਂ ਇੱਥੇ ਬੇਨਤੀ ਆਪ ਜੀ ਨੂੰ ਕਰਾਂ ਕਿ ਸਨਮਾਨਯੋਗ ਮਾਂ ਨਾਨਕੀ ਨੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕੀਤੇ। ਸਨਮਾਨਯੋਗ ਜਗਤ ਮਾਤਾ ਗੁਜਰ ਕੌਰ ਜੀ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਦੀਦਾਰ ਕੀਤੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕੀਤੇ। ਯਾਦ ਰੱਖਿਓ, ਐਡਾ ਵੱਡਾ ਦੁੱਖ ਸਾਹਮਣੇ, ਪਰ ਉਸ ਦੁੱਖ ਨੂੰ ਦੁੱਖ ਮਹਿਸੂਸ ਨਹੀਂ ਕੀਤਾ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਪਏ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਰਨਾ। ਸਾਹਮਣੇ ਦੁੱਖ ਹੈ ਨਾ, ਪਰ ਮਹਿਸੂਸ ਨਹੀਂ ਕੀਤਾ। ਕਿਸੇ ਦੇ ਨੇਤਰਾਂ ਦੇ ਵਿੱਚੋਂ ਕੋਈ ਇੱਕ ਵੀ ਜਲ ਦਾ ਅਥਰੂ ਨਹੀਂ ਜੇ ਬਾਹਰ ਆਇਆ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ। ਸਤਿਗੁਰੂ ਕਹਿਣ ਲੱਗੇ, ਸਿੱਖੋ, ਕਹਿੰਦੇ ਮੇਰੇ ਪਿਤਾ ਦੀ ਸ਼ਹਾਦਤ ਦੇ ਲਈ ਰੋਣਾ ਨਹੀਂ, ਸਾਹਿਬ ਸਤਿਗੁਰੂ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰੋ। ਫਿਰ ਇਸ ਸ਼ਹਾਦਤ ਦੇ ਵਿੱਚੋਂ ਜੀ ਜੋ ਕੁਝ ਪੈਦਾ ਹੋਇਆ, ਯਾਦ ਰੱਖਿਓ, ਇਸੇ ਹੀ ਧਰਤੀ ਤੇ ਇਸ ਜਗ੍ਹਾ ਤੇ ਖੜ ਕੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ। ਮਹਾਰਾਜ ਭਾਈ ਜੈਤੇ ਤੋਂ ਪੁੱਛਦੇ ਆ, ਜੈਤਿਆ ਕਿੰਨੇ ਕੁ ਸਿੱਖ ਸਨ ਦਿੱਲੀ ਦੇ ਉੱਤੇ? ਇਤਿਹਾਸ ਦੇ ਵਿੱਚ ਕਈਆਂ ਨੇ 1400 ਘਰ ਦਾ ਜ਼ਿਕਰ ਕੀਤਾ ਕਿ 1400 ਸਿੱਖਾਂ ਦੀ ਗਿਣਤੀ। ਮਹਾਰਾਜ ਪਰ ਦਿਸਦਾ ਕੋਈ ਨਹੀਂ ਸੀ, ਸਾਰੇ ਇੱਕੋ ਜਿਹੇ ਹੋਏ ਪਏ ਸਨ, ਕੋਈ ਨਹੀਂ ਸੀ ਪਤਾ ਵੀ ਸਿੱਖ ਕੌਣ ਹੈ। ਮਹਾਰਾਜ ਨੇ ਬਚਨ ਕੀਤਾ। ਪਾਤਸ਼ਾਹ ਕਹਿਣ ਲੱਗੇ ਵੀ ਮੈਂ ਇਹੋ ਜਿਹਾ ਕਹਿੰਦੇ ਇੱਕ ਖਾਲਸਾ ਸਾਜਾਂਗਾ ਜਿਹੜਾ ਲੱਖਾਂ ਦੇ ਵਿੱਚ ਖੜਾ ਕੱਲਾ ਹੀ ਦਿਸਿਆ ਕਰੇਗਾ। ਯਾਦ ਰੱਖਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ 23 ਸਾਲ ਬਾਅਦ ਮੇਰੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਇੱਥੇ ਸਨ 1699 ਦੇ ਵਿੱਚ ਜਿਹੜੀ ਕਿਰਪਾ ਵਰਤੀ, ਕਲਾ ਵਰਤਾਈ, ਅੰਮ੍ਰਿਤ ਸੰਚਾਰ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਯਾਦ ਰੱਖਣਾ ਗੁਰਮਖੋ, ਇਸੇ ਹੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕੇ 3 ਪੁੱਤਰਾਂ ਦਾ ਜਨਮ ਹੁੰਦਾ ਹੈ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। 3 ਪੁੱਤਰਾਂ ਦਾ ਜਨਮ ਆਨੰਦਪੁਰ ਸਾਹਿਬ ਦੀ ਧਰਤੀ ਦਾ। ਵੱਡੇ ਸੁਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ ਦੀ ਧਰਤੀ ਤੇ, ਜਿੱਥੇ ਭੰਗਾਣੀ ਸਾਹਿਬ ਦਾ ਸਥਾਨ ਹੈ। ਇਸ ਧਰਤੀ ਤੇ ਸਾਹਿਬ ਸਤਿਗੁਰੂ ਜੀ ਨੇ ਜਦੋਂ ਭੰਗਾਣੀ ਸਾਹਿਬ ਯੁੱਧ ਲੜਿਆ, ਪਹਿਲੀ ਆਪਣੀ ਜ਼ਿੰਦਗੀ ਦੀ ਜੰਗ ਲੜੀ,
ਉਸ ਜੰਗ ਦੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਜੰਗ ਦੇ ਵਿੱਚ ਜਿੱਤ ਹੁੰਦੀ ਹੈ, ਜੰਗ ਦੀ ਸਮਾਪਤੀ ਕਰਕੇ ਸਤਿਗੁਰੂ ਜਦੋਂ ਆਉਂਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਗਤ ਨੇ ਵਧਾਈਆਂ ਦਿੱਤੀਆਂ ਕਿ ਆਪ ਜੀ ਦੇ ਘਰ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ, ਆਪ ਜੀ ਕਿਰਪਾ ਕਰਕੇ ਨਾਮ ਰੱਖੋ। ਤੇ ਨਾਮ ਰੱਖਿਆ ਗਿਆ ਅਜੀਤ ਸਿੰਘ। ਮੇਰੇ ਦਾਤਾ ਨੇ ਇੱਥੇ ਕਲਾ ਵਰਤਾਈ ਜੀ। ਇਸੇ ਹੀ ਧਰਤੀ ਦੇ ਉੱਤੇ ਅੱਜ ਇਤਿਹਾਸ ਕਹਿੰਦਾ ਗੁਰੂ ਕੇ ਲਾਲ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਵਿਦਿਆ ਪੜ੍ਹੇ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਸੰਗਤ ਭੇਟਾਵਾਂ ਅਰਪਣ ਕਰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿੱਖ ਸੰਗਤਾਂ ਨੇ ਆੜ ਇੱਥੇ ਬੜੀਆਂ ਰਸਤਾਂ ਬਸਤਾਂ ਚੜਾਈਆਂ, ਸ਼ਸਤਰ ਬਸਤਰ ਚੜਾਏ। ਅੱਜ ਜਿੱਥੇ ਸੰਗਤਾਂ ਇੰਨਾ ਕੁਝ ਲੈ ਕੇ ਆਉਂਦੀਆਂ ਨੇ, ਅਸ਼ਾਮ ਦਾ ਰਹਿਣ ਵਾਲਾ ਰਾਜਾ ਰਤਨ ਰਾਏ, ਰਾਜਾ ਰਾਮ ਸਿੰਘ ਦਾ ਪੁੱਤਰ, ਜਿਹਦਾ ਜਨਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨਾਂ ਨਾਲ ਹੋਇਆ, ਅੱਜ ਇਹ ਸਤਿਗੁਰਾਂ ਦੇ ਲਈ 5 ਚੀਜ਼ਾਂ 1.25 ਲੱਖ ਦੀਆਂ ਲੈ ਕੇ ਆਏ ਆ। ਪ੍ਰਸਾਦੀ ਹਾਥੀ, ਜਿਹਦੇ ਮੱਥੇ ਦੇ ਵਿੱਚ ਜਿਵੇਂ ਚੰਨ ਹੁੰਦਾ ਹੈ ਨਾ, ਰੋਟੀ ਦੇ ਗੋਲ ਜਿਸ ਤਰ੍ਹਾਂ ਰੋਟੀ ਹੁੰਦੀ ਹੈ ਚੰਨ ਦੀ ਤਰ੍ਹਾਂ, ਉਹਦੇ ਮੱਥੇ ਦੇ ਵਿੱਚ ਉਹ ਚਿੱਟਾ ਨਿਸ਼ਾਨ ਹੈ। ਜਿਸ ਨਿਸ਼ਾਨ ਤੋਂ ਕਹਿੰਦੇ ਇੱਕ ਚਿੱਟੀ ਲਕੀਰ ਪੂਛ ਤੱਕ ਜਾਂਦੀ ਹੈ ਤੇ ਚਾਰੇ ਲੱਤਾਂ ਵੱਲ ਉਹ ਚਿੱਟੀਆਂ ਲਕੀਰਾਂ ਜਾਂਦੀਆਂ ਨੇ। ਇਹ ਹਾਥੀ ਬੜਾ ਕਹਿੰਦੇ ਕਮਾਲ ਦਾ ਸੀ, ਕੱਦ ਬੜਾ ਭਾਵੇਂ ਛੋਟਾ ਹੈ ਜੀ। ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਹਾਥੀ ਨੇ ਆਪਣੇ ਸੁੰਡ ਦੇ ਨਾਲ ਕਮੰਡਲ ਪਕੜ ਕੇ ਕਦੇ ਗੁਰੂ ਸਾਹਿਬ ਜੀ ਦੇ ਚਰਨ ਧਵਾਉਂਦਾ ਹੈ, ਸੁੰਡ ਦੇ ਨਾਲ ਕੱਪੜਾ ਪਕੜ ਕੇ ਮਹਾਰਾਜ ਦੇ ਚਰਨਾਂ ਨੂੰ ਵੀ ਪੂੰਝਦਾ ਹੈ, ਸੁੰਡ ਦੇ ਨਾਲ ਚੌਰ ਪਕੜ ਕੇ ਸਤਿਗੁਰਾਂ ਨੂੰ ਚੌਰ ਵੀ ਕਰਦਾ ਹੈ, ਕਲਗੀਧਰ ਪਾਤਸ਼ਾਹ ਜੀ ਦੇ ਚਲਾਏ ਹੋਏ ਤੀਰ ਵੀ ਚੁੱਕ ਕੇ ਲੈ ਕੇ ਆਉਂਦਾ ਹੈ। ਔਰ ਸੋਨੇ ਦਾ ਕੌਲ ਮਹਾਰਾਜ ਦੇ ਲਈ 5 ਕਲਾ ਹਥਿਆਰ, ਚੰਦਨ ਦੀ ਚੌਂਕੀ ਤੇ 1.25 ਲੱਖ ਦਾ ਸਮਿਆਨਾ। ਇਹਨਾਂ ਚੀਜ਼ਾਂ ਨੂੰ ਦੇਖ ਕੇ ਭੀਮ ਚੰਦ ਦਾ ਜਿਹੜਾ ਮਨ ਸੀ ਨਾ, ਬੇਈਮਾਨ ਹੋ ਗਿਆ ਸੀ ਜੀ। ਭੀਮ ਚੰਦ ਇਹ ਕਹਿੰਦਾ ਸੀ, ਇਹਦਾ ਜਿਹੜਾ ਵਜ਼ੀਰ ਰੱਖਿਆ ਹੋਇਆ ਨਾ, ਜਿਹਨੂੰ ਪਰਮਾਨੰਦ ਕਹਿੰਦੇ, ਸਿੱਖ ਦਾ ਪੰਮਾ ਹੀ ਕਹਿੰਦੇ ਸਨ, ਪੰਮਾ ਬ੍ਰਹਮਣ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਉਂਦਾ ਹੈ। ਦੇਵੀ ਚੰਦ ਵੀ ਇੱਕ ਵਜ਼ੀਰ ਆ, ਉਹਨੂੰ ਵੀ ਨਾਲ ਲੈ ਕੇ। ਦੇਵੀ ਚੰਦ ਸਤਿਗੁਰਾਂ ਦੇ ਚਰਨਾਂ ਤੇ ਭਰੋਸਾ ਰੱਖਣ ਵਾਲਾ ਹੈ। ਇਹਨਾਂ ਫਿਰ ਆ ਕੇ ਵਾਰ-ਵਾਰ ਇਹ ਗੱਲਾਂ ਕਹੀਆਂ, ਕਹਿੰਦੇ ਜੀ ਪਰਮਾਨੰਦ ਆ ਕੇ ਆਪ ਕਹਿੰਦਾ, ਦੇਵੀ ਚੰਦ ਦਾ ਬਸ ਇੱਕੋ ਹੀ ਗੱਲ ਕਹਿੰਦਾ, ਦਾਤਾ ਜੀ ਕਿਰਪਾ ਕਰਿਓ, ਤੁਹਾਡੇ ਚਰਨ ਮੇਰੇ ਨੇਤਰਾਂ ਦੇ ਵਿੱਚ ਵਸਦੇ ਰਹਿਣ, ਹੋਰ ਕੁਝ ਨਹੀਂ ਜੇ ਮੰਗਦਾਗਾ। ਤੇ ਪਰਮਾਨੰਦ ਆ ਕੇ ਪਤਾ ਕੀ ਕਹਿੰਦਾ ਹੈ, ਕਹਿੰਦਾ ਜੀ ਆਹ ਜੋ ਤੁਹਾਡੇ ਘਰ ਦੇ ਵਿੱਚ ਜਿਹੜੀਆਂ 5 ਕੀਮਤੀ ਚੀਜ਼ਾਂ ਨੇ, ਰਾਜੇ ਭੀਮ ਚੰਦ ਦਾ ਪੁੱਤਰ ਅਜਮੇਰ ਚੰਦ, ਇਹਦਾ ਵਿਆਹ ਹੋਣਾ ਜੀ, ਰਿਸ਼ਤਾ ਹੋਇਆ ਹੈ ਫਤਿਹ ਸ਼ਾਹ ਜਿਹੜਾ ਸ਼੍ਰੀਨਗਰ ਦਾ ਜਿਹੜਾ ਰਾਜਾ ਹੈ ਉਹਦੀ ਧੀ ਦੇ ਨਾਲ। ਤੇ ਰਾਜੇ ਮਹਾਰਾਜੇ ਆਉਣਗੇ ਸਤਿਗੁਰੂ, ਜੇ ਕਿਤੇ ਕਹਿੰਦੇ ਵੀ ਇਹ ਵਸਤੂਆਂ ਰਾਜੇ ਦੇ ਘਰ ਦੇ ਵਿੱਚ ਹੋਈਆਂ ਭੀਮ ਚੰਦ ਦੀ, ਕਹਿੰਦੇ ਇੱਜ਼ਤ ਬੜੀ ਬਣੇਗੀ, ਥੱਲੇ ਰੱਖ ਦੇ, ਤੇ ਇੱਜ਼ਤ ਬੜੀ ਬਣੇਗੀ, ਤੁਸੀਂ ਕਿਰਪਾ ਕਰੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਨਾ, ਕਹਿੰਦੇ ਵੀ ਇਹ ਤਾਂ ਜੀ ਸੰਗਤ ਦੀ ਵਸਤੂ ਹੈ, ਤੇ ਸੰਗਤ ਨੇ ਇਹ ਕਹਿ ਕੇ ਦਿੱਤੀ ਹੋਈ ਹੈ ਵੀ ਗੁਰੂ ਸਾਹਿਬ ਤੋਂ ਬਿਨਾਂ ਹੋਰ ਕੋਈ ਵਰਤੇ ਨਾ। ਕਹਿਣ ਤੋਂ ਭਾਵ ਸਿੱਧਾ ਜਵਾਬ ਸੀ ਜੀ। ਜਦੋਂ ਇਹ ਵਸਤੂਆਂ ਨਾ ਮਿਲੀਆਂ, ਭੀਮ ਚੰਦ ਇਸ ਗੱਲ ਨੂੰ ਲੈ ਕੇ ਬਹੁਤ ਦੁਖੀ ਹੋਇਆ ਵੀ ਇੱਕ ਕਹਿੰਦੇ ਵੀ ਮਾਲਾ ਫੇਰਨ ਵਾਲਿਆਂ ਦਾ ਘਰ ਹੋਵੇ, ਫਕੀਰ ਲੋਕ ਹੋੜ, ਅਸੀਂ ਕਹਿੰਦੇ ਵੀ ਸ਼ਾਹੀ ਰਾਜੇ ਹੋਈਏ, ਤੇ ਸਾਡੇ ਘਰ ਦੇ ਵਿੱਚ ਇਹ ਕੁਝ ਨਹੀਂ ਜੋ ਕੁਝ ਹੀ ਰੱਖੀ ਬੈਠੇ ਹੈ। ਸ਼ਾਸਤਰ ਵੀ, ਘੋੜੇ ਵੀ, ਕਲੰਗੀ ਵੀ ਲਾਉਂਦੇ ਆ, ਨਗਾਰੇ ਵੀ ਵਜਾਉਂਦੇ ਆ, ਸ਼ਿਕਾਰ ਵੀ ਖੇਡਦੇ ਨੇ, ਬਾਜ ਵੀ ਰੱਖਿਆ ਹੋਇਆ, ਇੰਨੀਆਂ ਮਹਿੰਗੀਆਂ ਚੀਜ਼ਾਂ ਸਾਡੇ ਘਰ ਦੇ ਅੰਦਰ ਨਹੀਂ। ਅਸੀਂ ਤਾਂ ਕਹਿੰਦੇ ਵੀ ਇੰਜ ਜਾਪਦਾ ਵੀ ਰਾਜੇ ਇਹ ਹੁਣ ਤੇ ਪਰਜਾਸੀ ਹੋਈਏ, ਮਹਾਰਾਜ ਦੀ ਚੜ੍ਹਦੀ ਕਲਾ ਨੂੰ ਸਹਾਰ ਨਾ ਸਕੇ ਲੋਕ। ਅੱਜ ਵਕਤ ਆਇਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਕਈ ਤਰ੍ਹਾਂ ਕਰਕੇ ਇਸ ਧਰਤੀ ਦੇ ਉੱਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੀਆਂ ਜੰਗਾਂ ਹੋਈਆਂ। ਕਦੇ ਨਦੌਣ ਦੀ ਜੰਗ, ਕਦੇ ਬੰਸਾਲੀ ਦੀ ਜੰਗਾਂ ਹੁੰਦੀਆਂ ਰਹੀਆਂ। ਅੱਜ ਕਹਿੰਦੇ ਇੱਕ ਸਮਾਂ ਉਹ ਆਇਆ, ਭੀਮ ਚੰਦ ਦਾ ਜਿਹੜਾ ਪੁੱਤਰ ਅਜਮੇਰ ਚੰਦ ਹੈ ਨਾ, ਇਸ ਅਜਮੇਰ ਚੰਦ ਨੇ
ਅੱਜ ਜਦੋਂ ਹੁਣ ਸਾਰਾ ਕੁਝ ਚੰਗੀ ਤਰ੍ਹਾਂ ਦੇਖ ਲਿਆ ਕਿ ਮੇਰੇ ਪਿਤਾ ਤੋਂ ਗੱਲ ਠੀਕ ਨਹੀਂ ਜੀ ਆਈ, ਆਪ ਵੀ ਇਹ ਤਕਰੀਬਨ 3-4 ਜੰਗਾਂ ਦੇ ਵਿੱਚ ਅਜਮੇਰ ਚੰਦ ਜਦੋਂ ਹਾਰ ਦਾ ਮੂੰਹ ਦੇਖ ਚੁੱਕੇ ਆ ਨਾ, ਹੁਣ ਇਹ ਚੁੱਪ ਕਰਕੇ ਬੈਠਣ ਵਾਲਾ ਨਹੀਂ ਸੀ। ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚੜ੍ਹਦੀ ਕਲਾ ਨੂੰ ਦੇਖ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਤੱਕ ਪਹੁੰਚ ਵੜਾਈ ਹੈ। ਯਾਦ ਰੱਖਿਓ, ਔਰੰਗਜ਼ੇਬ ਉਦੋਂ ਦਿੱਲੀ ਨਹੀਂ। ਇਤਿਹਾਸ ਤੇ ਇਸ ਗੱਲ ਦੀ ਗਵਾਹੀ ਦਿੰਦਾ ਹੈ। ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਕੁਝ ਸਮੇਂ ਬਾਅਦ ਦਿੱਲੀ ਛੱਡ ਕੇ ਇਹ ਔਰੰਗਾਬਾਦ ਚਲਿਆ ਗਿਆ, ਜਿੱਥੇ ਗੋਲਕੁੰਡੇ ਦਾ ਕਿਲਾ ਬਣਿਆ ਹੋਇਆ ਨਾ, ਜਿਹਨੂੰ ਕਈ ਇਤਿਹਾਸਕਾਰ ਇਹ ਕਹਿੰਦੇ ਵੀ ਤਾਨੇਸ਼ਾਹ ਨੇ ਉਹ ਕਿਲਾ ਬਣਾਇਆ ਸੀ। ਉੱਥੇ ਫਿਰ ਇਹ ਔਰੰਗਜ਼ੇਬ ਰਹਿੰਦਾ ਹੈ, ਔਰੰਗਾਬਾਦ ਦੇ ਅੰਦਰ। ਇੱਥੋਂ ਦੇ ਜਿਹੜੇ ਸੂਬੇਦਾਰ ਸੀ ਜਿਹੜਾ ਦਿੱਲੀ ਦਾ, ਉਹਦੇ ਨਾਲ ਗੱਲਬਾਤ ਕੀਤੀ, ਸਾਰੀ ਚਲੋ ਸਾਂਝ ਪਾਈ ਗਈ ਵੀ ਬਾਦਸ਼ਾਹ ਨੂੰ ਮਿਲਣਾ ਬੜਾ ਜ਼ਰੂਰੀ ਹੈ। ਔਰੰਗਜ਼ੇਬ ਤੱਕ ਪਹੁੰਚ ਬਣ ਗਈ। ਔਰੰਗੇ ਨੂੰ ਜਦੋਂ ਜਾ ਕੇ ਕਹਿੰਦੇ ਵੀ ਸਮਾਂ ਮਿਲਿਆ ਨਾ, ਅਜਮੇਰ ਚੰਦ ਨੇ ਫਿਰ ਇਹ ਗੱਲਾਂ ਕਹੀਆਂ, ਕਹਿੰਦੇ ਜੀ ਤੁਸੀਂ ਤਾਂ ਸਭ ਕੁਝ ਛੱਡ ਕੇ ਇੱਥੇ ਆ ਕੇ ਬੈਠ ਗਏ। ਗੁਰੂ ਗੋਬਿੰਦ ਸਿੰਘ ਜੀ ਦੀ ਕਹਿੰਦੇ ਬੜੀ ਚੜ੍ਹਦੀ ਕਲਾ ਹੁੰਦੀ ਜਾਂਦੀ ਹੈ। ਉਹਨਾਂ ਨੇ ਜਿੰਨੇ ਵੀ ਕਹਿੰਦੇ, ਮੈਨੂੰ ਕਹਿਣ ਦੀ ਆਗਿਆ ਦੇਣੀ, ਮਾਫ ਕਰਨਾ, ਮੈਨੂੰ ਇਹ ਸ਼ਬਦ ਵਰਤਣਾ ਪੈਣਾ, ਇਤਿਹਾਸ ਦੇ ਬੋਲ ਨੇ। ਕਹਿੰਦੇ ਜਿੰਨੇ ਵੀ ਛੋਟੀਆਂ ਜਾਤਾਂ ਦੇ ਲੋਕ, ਕਿਉਂਕਿ ਰਾਜਿਆਂ ਨੇ ਪਹਿਲਾਂ ਵੀ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੂੰ ਕਹੀ ਸੀ ਨਾ, ਜਦੋਂ ਮਹਾਰਾਜ ਨੇ 10 ਵਜੇ ਉਚਾਰਨ ਕੀਤੇ, ਸਤਿਗੁਰੂ ਪਾਤਸ਼ਾਹ ਜਦੋਂ ਮੰਡੀ ਗਏ ਨੇ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਕਿਹਾ ਸੀ, ਕਹਿੰਦੇ ਜੀ ਇਹਨਾਂ ਤੋਂ ਕਹਿੰਦੇ ਵੀ ਸਾਡਾ ਅੰਮ੍ਰਿਤ ਅਲੱਗ ਤਿਆਰ ਕਰ ਦਿਓ, ਅਸੀਂ ਵੀ ਛਕ ਲਵਾਂਗੇ। ਤੇ ਮਹਾਰਾਜ ਨੇ ਬਚਨ ਕਹੇ, ਕਹਿੰਦੇ ਅੱਜ ਤਾਂ ਇਹ ਗੱਲ ਕਹਿ ਦਿੱਤੀ, ਅੱਗੇ ਤੋਂ ਨਹੀਂ ਜੇ ਕਹਿਣੀ। ਕਹਿੰਦੇ ਜੀ ਕਿਉਂ? ਪਾਤਸ਼ਾਹ ਨੇ ਫਿਰ ਜਿਹੜੇ ਬਚਨ ਕਹੇ, ਮਹਾਰਾਜ ਕਹਿਣ ਲੱਗੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰਿਓ। ਸਤਿਗੁਰੂ ਕਹਿੰਦੇ ਇਹਨਾਂ ਦਾ ਕਰਕੇ ਸੀਸ ਤੇ ਕਲੰਗੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਮਾਣ ਕਰੋ, ਜਿਹੜੇ ਲੋਕ ਕਹਿੰਦੇ ਸਾਨਾ ਵੀ काम हमारा तोला तकड़ी नंगी करद कदे नहीं पकड़ी, चिड़ी उड़ी से मैं डर जाऊं, दुश्मन से कैसे लड़ पाऊं। महाराज सच्चे पातशाह ने बादशाहियां बख्शियां, शास्त्र धारण करवा के मेरे साहिब सतगुरु पातशाह जी ने ना अपने हक दे लई, सच दे लई सतगुरां ने लड़ना सिखाया, सच दे खड़ना सिखाया। किसे दी रखिया करनी, आपदी भी रखिया करनी, किसे ते जुल्म ना होण देना ते किसे ते जुल्म ना करना। कलगीधर पातशाह गुरु गोबिंद सिंह साहब महाराज दीयां शिकायतां जदों कीतियां गईयां ना, कहंदे जी भी सानू तां इंज लगदा भी साडा राज भाग अज नहीं कल। महाराज नूं इत्थों तक सतगुरां दे लई कह दित्ता, कहंदे जी साडा तिलक ते जनेऊ खतरे च आ गया, भी सानू उन्हां तों खतरा जापदा है, भी हुण तुसीं किरपा करो। मैं एक बेनती होर करा, ਇਹ ਤਾਂ ਕੁਝ ਸਮਾਂ ਚਲੋ ਇੱਥੇ ਬਾਂਗ ਵਾਲੇ ਦੀ ਗੱਲ ਤਾਂ ਵੱਖਰੀ ਰਹੀ, ਇਸਲਾਮ ਦੇ ਲੋਕ ਆਉਂਦੇ ਚਲੋ, ਪਰ ਤਿਲਕ ਤੇ ਜਨੇਊ ਵਾਲਾ ਤਾਂ ਰੁਕ ਜਾਂਦਾ। ਉਹ ਇਹ ਤਾਂ ਸੋਚਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਵਕਤ ਉਦੋਂ ਸੀ ਜਦੋਂ ਹਿੰਦੂ ਘਰਾੜੇ ਦੇ ਕਹਿੰਦੇ ਵੀ ਮਟਨ ਨਿਵਾਸੀ ਉਹ ਕਿਰਪਾ ਰਾਮ ਦੱਤ ਜਦੋਂ ਪੰਡਤ ਆਇਆ ਨਾ, ਇਹੀ ਆ ਕੇ ਕਿਹਾ ਸੀ ਵੀ ਸਾਡਾ ਤਿਲਕ ਤੇ ਜਨੇਊ ਲੈ ਜਾਣਾ, ਇਹਨੂੰ ਬਚਾਓ। ਬਚਾਉਣ ਵਾਲੇ ਗੁਰੂ ਤੇਗ ਇਹ ਕਰ ਬਚਾਉਣ ਵਾਲਾ ਹੈ ਜੀ, ਇਹ ਉਤਾਰਨ ਵਾਲਾ ਨਹੀਂ। ਇਹ ਤਾਂ ਕਹਿੰਦਾ ਵੀ ਜਿਹਦਾ ਧਰਮ ਹੈ, ਭਾਵੇਂ ਇਸਲਾਮ ਦੇ ਵਿੱਚ ਹੈ, ਭਾਵੇਂ ਕੋਈ ਹਿੰਦੂ ਆਪਣੇ ਧਰਮ ਦੇ ਵਿੱਚ ਪ੍ਰਪੱਕ ਰਹੋ, ਧੱਕੇ ਨਾਲ ਕਿਸੇ ਦਾ ਧਰਮ ਕਰਵਟ ਨਹੀਂ ਜੇ ਕਰਾਇਆ ਜਾ ਸਕਦਾ। ਅੱਜ ਕਲਗੀਧਰ ਪਾਤਸ਼ਾਹ ਜੀ ਦੇ ਲਈ ਫਿਰ ਨਾਲ ਗੱਲਾਂ ਔਰੰਗੇ ਕੋਲੇ ਕਰਦੇ ਆ, ਕਹਿੰਦੇ ਜੀ ਸਾਨੂੰ ਤਾਂ ਇੰਜ ਜਾਪਦਾ ਤੁਸੀਂ ਵੀ ਇੱਥੇ ਆ ਕੇ ਬੈਠ ਗਏ, ਤਖਤ ਤੁਹਾਡਾ ਵੀ ਨਹੀਂ ਰਹੇਗਾ, ਉਹ ਤੁਹਾਡੇ ਤਖਤ ਤੇ ਬੈਠ ਕੇ ਵੀ ਰਾਜ ਕਰਨਗੇ। ਔਰੰਗੇ ਨੇ ਜੀ ਕਾਗਜ਼ ਕਲਮ ਲਿਆ, ਚਿੱਠੀ ਲਿਖੀ ਹੈ। ਉਹ ਚਿੱਠੀਆਂ ਫਿਰ ਸੂਬਿਆਂ ਦੇ ਵਿੱਚ ਭੇਜੀਆਂ ਗਈਆਂ। ਸਰਹੰਦ ਸੂਬਾ ਸੀ ਜੀ ਇਹ, ਵਜ਼ੀਰ ਖਾਨ ਨੂੰ ਜਲੰਧਰ ਦਾ ਸੂਬੇਦਾਰ ਜਾਂ ਬੰਸਾਲੀ ਦਾ ਜੰਮੂ ਵਾਲੇ, ਇਹ ਸਾਰੇ ਦੇ ਸਾਰੇ ਆਏ, ਕੋਈ ਵੀ ਇਹਨਾਂ ਦੇ ਵਿੱਚੋਂ ਪਿੱਛੇ ਨਹੀਂ ਸੀ ਜੀ ਰਿਹਾ।
ਜਿੱਥੇ ਜਿੱਥੇ ਵੀ ਕਹਿੰਦੇ ਇਹਦੀਆਂ ਚਿੱਠੀਆਂ ਪਹੁੰਚੀਆਂ, ਸਾਰੇ ਦੇ ਸਾਰੇ ਇਸਲਾਮ ਦੇ ਲੋਕ ਇਕੱਠੇ ਹੋਏ ਨੇ। ਕਈਆਂ ਨੇ ਜਹਾਦ ਦੇ ਨਾਂ ਦੇ ਉੱਤੇ ਲੋਕਾਂ ਨੂੰ ਇਕੱਠਾ ਕਰ ਲਿਆ। ਕਾਜੀ ਮੁਲਾੜਿਆ ਦੇ 22 ਧਾਰ ਦੇ ਜਿਹੜੇ ਰਾਜੇ ਨੇ, ਜਿਨ੍ਹਾਂ ਦੇ ਅੰਦਰ ਕਹਿਲੂਰ ਦੀ ਫੌਜ, ਬਡੌਲੀ ਦੀ ਫੌਜ, ਕਸੌਲੀ ਦੀ ਫੌਜ, ਕਾਂਗੜੇ ਦੀ, ਨਦੌਣ ਦੀ ਫੌਜ, ਨਾਹਣ ਦੀ ਫੌਜ ਤੇ ਬੁੜੈਲ ਦੀ ਫੌਜ, ਚੰਬੇ ਦਾ ਜਿਹੜਾ ਰਾਜਾ ਇਹ ਵੀ ਚੜ ਕੇ ਆਇਆ, ਬੰਭੌਰ ਦਾ ਰਾਜਾ, ਚੰਬੇਲੀ ਦਾ ਰਾਜਾ, ਜੰਮੂ ਦਾ, ਨੂਰਪੁਰ ਦੀ ਫੌਜ ਇੱਥੇ ਬਸ ਨਹੀਂ। ਤੇ ਨਾਲ ਕਹਿਣ ਲੱਗੇ ਜਸਵਾਲੇ, ਸ਼੍ਰੀਨਗਰ, ਗੜਵਾਲ, ਹਿੰਡੋਲ ਦੀ ਫੌਜ, ਮੰਡੀ ਦੀ ਫੌਜ, ਭੀਮਚੰਦ ਵਰਗੇ ਆ ਸਾਰੇ ਕਹਿੰਦੇ ਫੌਜਾਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਉਸ ਪਾਵਨ ਅਸਥਾਨ ਆਨੰਦਪੁਰ ਸਾਹਿਬ ਦੇ ਘੇਰਾਬੰਦੀ ਦੀ ਤਿਆਰੀ ਕਰਦੇ ਪਏ ਹੈ। ਸ਼ਸਤਰ ਬਸਤਰਾਂ ਦੇ ਨਾਲ ਪੂਰੇ ਲੈਸ। ਸਤਿਗੁਰੂ ਵੀ ਇਸ ਗੱਲ ਨੂੰ ਜਾਣਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਪਾਵਨ ਕਿਲੇ ਬਣੇ ਆ ਨਾ, ਉਹਨਾਂ ਕਿਲਿਆਂ ਦੇ ਵਿੱਚ ਰਸਤਾਂ ਬਸਤਾਂ ਸਾਰੀਆਂ ਭੇਜੀਆਂ ਗਈਆਂ, ਪੂਰਾ ਪ੍ਰਬੰਧ ਹੋਇਆ, ਸਿੱਖਾਂ ਦੀਆਂ ਡਿਊਟੀਆਂ ਲਾਈਆਂ ਗਈਆਂ, ਗੋਲੀ ਸਿੱਕਾ ਸ਼ਾਸਤਰ ਸਭ ਨੂੰ ਵੰਡ ਕੇ ਦਿੱਤੇ ਗਏ, ਸ਼ਹਿਰ ਦੀ ਰਾਖੀ ਦੇ ਲਈ ਸਾਰਾ ਪ੍ਰਬੰਧ ਕੀਤਾ ਗਿਆ। ਆਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜਾ ਆਨੰਦਗੜ੍ਹ ਦਾ ਜਿਹੜਾ ਕਿਲਾ ਹੈ ਨਾ, ਜਿਹਨੂੰ ਆਪਾਂ ਆਨੰਦਪੁਰ ਸਾਹਿਬ ਦਾ ਕਿਲਾ ਕਹਿੰਦੇ, ਮਹਾਰਾਜ ਇਸ ਕਿਲੇ ਵਿੱਚ ਆਪ ਨੇ ਮਹਾਰਾਜ ਦੇ ਚਾਰੇ ਸਾਹਿਬਜ਼ਾਦੇ, ਮਾਤਾ ਜੀ ਔਰ ਹੋਰ ਸਿੱਖ ਸੰਗਤਾਂ ਸਤਿਗੁਰਾਂ ਦੇ ਨਾਲ ਨੇ। ਯਾਦ ਰੱਖਿਓ ਗੁਰਮੁਖੋ, ਇਤਿਹਾਸ ਕਹਿੰਦਾ ਸੰਗਤ ਕਦੇ ਆਉਂਦੀ ਹੈ ਕਦੇ ਜਾਂਦੀ ਆ। ਅੱਜ ਵਕਤ ਤੋਂ ਆਇਆ 3 ਮਈ ਸਨ 1704, ਮਈ ਦਾ ਮਹੀਨਾ, ਜੇਠ ਹਾੜ ਦੇ ਮਹੀਨੇ ਦੀ ਗੱਲ ਕਹਿ ਦੇਵਾਂ, 3 ਮਈ ਸਨ 1704 ਨੂੰ ਕਹਿੰਦੇ ਘੇਰਾਬੰਦੀ ਪੱਕੀ ਹੋ ਚੁੱਕੀ ਹੈ ਜੀ। ਆਲਾ ਦੁਆਲਾ ਕਹਿੰਦੇ ਦੂਰ ਤੱਕ ਕਹਿੰਦੇ ਘੇਰ ਲਿਆ ਗਿਆ। 25 ਕਿਲੋਮੀਟਰ ਤੱਕ ਦਾ ਜ਼ਿਕਰ ਕੀਤਾ ਹੈ, ਉਸ ਤੋਂ ਜ਼ਿਆਦਾ ਜ਼ਿਕਰ ਦੱਸਦੇ ਨੇ। ਆਲਾ ਦੁਆਲਾ ਘੇਰਿਆ ਗਿਆ। ਬਾਹਰੋਂ ਜਿਹੜੀ ਸੰਗਤ ਆ ਉਹ ਅੰਦਰ ਆਉਣੋਂ ਬੰਦ ਹੋ ਗਈ। ਜਿਹੜੇ ਅੰਦਰ ਵਾਲੇ ਜਿਹੜੇ ਦਰਸ਼ਨ ਕਰਨ ਆਏ ਸੀ ਉਹ ਹੁਣ ਬਾਹਰ ਨਹੀਂ ਜਾ ਸਕਦੇ। ਭੋਜਨ ਪ੍ਰਸ਼ਾਦ ਪਾਣੀ ਇਹ ਵੀ ਅੰਦਰ ਆਉਣਾ ਬੰਦ ਹੋ ਗਿਆ। ਅੰਦਰ ਕਹਿੰਦੇ ਜੋ ਕੁਝ ਰਸਤਾਂ ਬਸਤਾਂ ਸਨ ਇਹ ਆਖਰਕਾਰ ਸਮਾਪਤ ਹੋ ਗਈਆਂ। ਸਮਾਂ ਆਪਣੀ ਚਾਲ ਚੱਲਦਾ ਗਿਆ। ਸਿੰਘਾਂ ਨੇ ਕਹਿੰਦੇ ਫਿਰ ਗੁਰੀਲਾ ਜੰਗ ਸ਼ੁਰੂ ਕੀਤਾ। ਇੰਨੀ ਕਿ ਇਤਿਹਾਸ ਕਹਿੰਦਾ ਪਤਲੀ ਹਾਲਤ ਹੋ ਚੁੱਕੀ ਹੈ। ਜਿਹੜਾ ਪਾਣੀ ਅੰਦਰ ਆਉਂਦਾ ਸੀ ਉਸ ਪਾਣੀ ਨੂੰ ਵੀ ਬੰਨ ਲਾ ਕੇ ਕਹਿੰਦੇ ਵੀ ਉਹਨਾਂ ਮੁਗਲਾਂ ਨੇ, ਜਿਹੜੇ ਪਹਾੜੀਏ ਸਨ, ਇਹਨਾਂ ਨੇ ਰੋਕ ਦਿੱਤਾ ਵੀ ਪਾਣੀ ਤੱਕ ਵੀ ਅੰਦਰ ਨਾ ਜਾਵੇ। ਫਿਰ ਜਦੋਂ ਪਾਣੀ ਲੈਣ ਦੇ ਲਈ 4 ਸਿੰਘ ਜਾਂਦੇ ਆ, ਕਵੀ ਸੈਨਾਪਤ ਨੇ ਨਾ ਸ਼੍ਰੀ ਗੁਰੂ ਸ਼ੋਭਾ ਅੰਦਰ ਜ਼ਿਕਰ ਕੀਤਾ ਕਿ 4 ਸਿੰਘ ਪਾਣੀ ਕੋ ਜਾਵੇ, 2 ਜੂਝੈ, 2 ਪਾਣੀ ਲਿਆਵੇ। ਕਹਿੰਦੇ 2 ਉੱਥੇ ਫਿਰ ਜੰਗ ਕਰਦੇ ਆ, ਜੰਗ ਕਰਕੇ ਸ਼ਹੀਦ ਹੋ ਜਾਂਦੇ ਆ, 2 ਪਾਣੀ ਲੈ ਕੇ ਵਾਪਸ ਮੁੜਦੇ ਨੇ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਦੋਂ ਘੇਰਾ ਪਿਆ, ਇਸੇ ਹੀ ਧਰਤੀ ਦੇ ਉੱਤੇ ਜੋ ਕੁਝ ਕਹਿੰਦੇ ਵੀ ਫਿਰ ਇੱਥੇ ਵਾਪਰਦਾ ਪਿਆ। ਆਨੰਦਪੁਰ ਸਾਹਿਬ ਦਾ ਸਤਿਗੁਰੂ ਕਿਲਾ ਕਿਵੇਂ ਖਾਲੀ ਕਰਦੇ ਆ, ਕੀ ਕੁਝ ਵਾਪਰਦਾ, ਸਤਿਗੁਰੂ ਕਿਰਪਾ ਕਰਨਾ। ਆਓ ਇੱਥੋਂ ਜਿਹੜੀ ਇਤਿਹਾਸ ਦੀ ਲੜੀ ਉਹ ਆਪਾਂ ਕੱਲ ਸ਼ਾਮ ਦੀ ਕਥਾ ਦੇ ਵਿੱਚ ਇੱਥੋਂ ਹੀ ਗੱਲ ਸਾਂਝੀ ਕਰਾਂਗੇ। ਸਾਹਿਬ ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸ਼ਹੀਦ ਸਿੰਘ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ। ਮੇਰੀਆਂ ਭੁੱਲਾਂ ਗਲਤੀਆਂ ਜਾਨਾਂ ਚ ਤਾਰੜੀਆਂ ਇੱਥੇ ਹੀ ਛੱਡ ਦਿਓ। ਇਤਿਹਾਸਕ ਬੋਲਾਂ ਨੂੰ, ਗੁਰਮਤਿ ਦੀ ਵਿਚਾਰਧਾਰਾ ਨੂੰ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਨਾ। ਅਰਦਾਸ ਕਰਨੀ ਗੁਰੂ ਚਰਨਾਂ ਅੰਦਰ। ਸਤਿਗੁਰੂ ਜੀ ਇਸੇ ਤਰ੍ਹਾਂ ਆਪਦੇ ਦਰ ਦੀ ਕਥਾ ਕੀਰਤਨ, ਗੁਰਮਤਿ ਗੁਰੂ ਸੇਵਾ, ਪੰਥ ਦੀ ਸੇਵਾ ਸਤਿਗੁਰੂ ਰਹਿੰਦੇ ਸਵਾਸਾਂ ਤੱਕ ਆਪ ਵਿੱਚ ਵਰਤ ਕੇ ਲੈਂਦੇ ਰਹਿਣਾ। ਆਓ ਜੀ ਕੁਝ ਸਮਾਂ ਆਪਾਂ ਨਾਮ ਜਪ ਲਈਏ, ਉਸ ਤੋਂ ਬਾਅਦ ਫਿਰ ਸਮਾਪਤੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੀ ਹੀ ਸੰਗਤ ਕਿਰਪਾ ਕਰੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਜਪੋ ਜੀ ਜਪੋ, ਸਾਰੇ ਬੋਲੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਹੋਈਆਂ ਤਮਾਮ ਭੁੱਲਾਂ ਦੀ ਖਿਮਾ, ਭੁੱਲਾਂ ਉੱਪਰ ਬਖਸ਼ਿਸ਼ ਦਾ ਪਰਦਾ ਪਾ ਕੇ ਅਸੀਸਾਂ ਬਖਸ਼ੋ। ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।